ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸ਼ੁਰੂ ਕਰੀਏ। ਜਸਵੰਤ ਸਿੰਘ ਕੰਵਲ। ਜਸਵੰਤ ਸਿੰਘ ਕੰਵਲ ਸੀ ਜਿਹੜਾ 1919 ਦੇ ਵਿੱਚ ਇਹਦਾ ਜਨਮ ਹੋਇਆ ਹੈ ਔਰ 1 ਫਰਵਰੀ 2020 ਦੇ ਅੰਦਰ ਕੀ ਕਹਿੰਦੇ ਹੈ ਕਿ ਇਹ ਸ਼ਖਸੀਅਤ ਅਕਾਲ ਚਲਾਣਾ ਕਰ ਗਈ। ਇਹਨਾਂ ਜੀ ਦੇ ਪਿਤਾ ਦਾ ਨਾਮ ਮਾਲਾ ਸਿੰਘ ਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ। ਪਿੰਡ ਡੂਡੀਕੇ ਮੋਗਾ। ਕਹਿਣ ਦਾ ਭਾਵ ਕਿ ਆ ਮਲਵਈ ਸੱਭਿਆਚਾਰ ਤੋਂ ਸੰਬੰਧਿਤ ਹੈ, ਮਾਲਵੇ ਖੇਤਰ ਤੋਂ ਸੰਬੰਧਿਤ ਹੈ। ਇਹਦੀ ਭਾਸ਼ਾ ਵੀ ਜਿਹੜੀ ਹੋਵੇਗੀ ਉਹ ਮਲਵਈ ਭਾਸ਼ਾ ਦੀ ਵੱਧ ਵਰਤੋਂ ਹੋਵੇਗੀ ਇਹਦੇ ਨਾਵਲਾਂ ਦੇ ਅੰਦਰ। ਨਾਵਲਕਾਰ ਵੀ ਹੈ, ਕਹਾਣੀਕਾਰ ਵੀ ਹੈ, ਲੇਖਕ ਵੀ ਹੈ। ਲੇਖਕ ਤਾਂ ਉਹੀ ਕਿ ਬਈ ਨਾਵਲਕਾਰ ਕਹਾਣੀਕਾਰ ਹੈ, ਤਾਂ ਕਵੀ ਵੀ ਸੀਗਾ ਇਹ, ਪਰੰਤੂ ਕਵੀ ਦੇ ਰੂਪ 'ਚ ਸਫਲਤਾ ਨਹੀਂ ਮਿਲੀ। ਨਾਵਲਕਾਰ ਦੇ ਰੂਪ 'ਚ ਇਹਨੂੰ ਸਫਲਤਾ ਮਿਲ ਗਈ ਜਦੋਂ ਇਹਨੇ ਸ਼ੁਰੂ ਦੇ ਵਿੱਚ ਆਪਣਾ ਇੱਕ ਨਾਵਲ ਛਾਪਿਆ। ਤਾਂ ਜਿਹੜਾ ਪਬਲਿਸ਼ਰ ਸੀਗਾ, ਜਿਹੜਾ ਨਾਵਲ ਛਾਪਣ ਵਾਲਾ ਸੀਗਾ, ਉਸਨੇ ਇਹਨੂੰ ਬੜੀ ਹੱਲਾਸ਼ੇਰੀ ਦਿੱਤੀ ਕਿਉਂਕਿ ਉਹ ਸਮਾਂ ਸੀਗਾ, ਉਸ ਸਮੇਂ ਲੋਕ ਸੀ ਜਿਹੜੇ ਪਾਠਕ ਵੱਧ ਸਨ, ਪੜ੍ਹਨ ਵਾਲੇ ਲੋਕ ਜ਼ਿਆਦਾ ਸੀਗੇ ਬਈ, ਕਿਉਂਕਿ ਮਨੋਰੰਜਨ ਦੇ ਸਾਧਨ ਸੀ ਥੋੜੇ ਸੀਮਤ ਸੀਗੇ, ਲੋਕ ਪੜ੍ਹਿਆ ਕਰਦੇ ਸੀ, ਰੀਡਿੰਗ ਦਾ ਸਮਾਂ ਸੀਗਾ। ਅੱਜ ਕੱਲ੍ਹ ਜਿਹੜਾ ਸਮਾਂ ਹੈ ਉਹ ਵਾਚਿੰਗ ਦਾ ਸਮਾਂ ਹੈ। ਲੋਕ ਕੀ ਹੈ ਕਿ ਦੇਖ ਕੇ ਜ਼ਿਆਦਾ ਖੁਸ਼ ਨੇ ਚੀਜ਼ਾਂ ਨੂੰ। ਉਹ ਵਕਤ ਦੀ ਗੱਲ ਹੈ, ਉਸ ਸਮੇਂ ਬੜੀ ਡਿਮਾਂਡ ਸੀ ਬਈ ਨਾਵਲਾਂ ਦੀ, ਲੋਕਾਂ ਨੂੰ ਬੜੀ ਰੁਚੀ ਰਹਿੰਦੀ ਸੀ ਨਾਵਲ ਪੜ੍ਹਨ ਦੀ, ਕਹਾਣੀ ਪੜ੍ਹਨ ਦੀ, ਤੇ ਇਸ ਦੇ ਕਾਰਨ ਇਹਨੂੰ ਇੱਕ ਚੇਟਕ ਜੀ ਲੱਗ ਗਈ। ਹੋਰ ਇਹ ਨਾਵਲਕਾਰ ਬਣ ਗਿਆ। ਬਹੁਤ ਵਧੀਆ ਨਾਵਲ ਇਹ ਲਿਖਿਆ ਕਰਦਾ ਸੀਗਾ। ਹੋਰ ਨਾਨਕ ਸਿੰਘ ਨੇ ਵੀ ਇਹਦਾ ਨਾਵਲ ਪੜ੍ਹ ਕੇ ਕਿਹਾ ਸੀ ਜਸਵੰਤ ਤੂੰ ਨਾਵਲ ਲਿਖਣਾ ਨਾ ਛੱਡੀ, ਨਾਵਲ ਲਿਖਦਾ ਰਹੀ। ਹੋਰ ਇਵੇਂ ਕਰਕੇ ਕੁਝ ਗੱਲਾਂ ਇਹਦੇ ਨਾਲ ਬੀਤੀਆਂ ਔਰ ਫਿਰ ਇੱਕ ਨਾਵਲਕਾਰ ਬਣ ਗਿਆ। ਹੋਰ ਨਾਵਲਕਾਰ ਦੇ ਰੂਪ ਵਿੱਚ ਸਥਾਪਿਤ ਵੀ ਹੋਇਆ। ਬਹੁਤ ਸਾਰੇ ਨਾਵਲ ਵੀ ਲਿਖੇ। ਚੰਗਾ ਨਾਮ ਅਗਰ ਨਾਨਕ ਸਿੰਘ ਤੋਂ ਬਾਅਦ ਕੋਈ ਵੱਡਾ ਨਾਮ ਆਉਂਦਾ ਹੈ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਇਹ ਜਿਹੜੇ ਹੋਏ ਨੇ ਵੱਡੇ ਨਾਵਲਕਾਰ ਹੋਏ ਨੇ ਜਿਨ੍ਹਾਂ ਨੇ ਕਾਫੀ ਹਿੱਟ ਨਾਵਲ ਦਿੱਤੇ ਨੇ। ਨਾਵਲਾਂ ਦੀ ਗੱਲ ਕਰੀਏ ਹੁਣ, ਇਹਨਾਂ ਦੇ ਨਾਵਲ ਨੇ ਜਿਹੜੇ ਸੱਚ ਨੂੰ ਫਾਂਸੀ ਬਈ, ਪਾਲੀ, ਪੂਰਨਮਾਸ਼ੀ, ਜ਼ਿੰਦਗੀ ਦੂਰ ਨਹੀਂ, ਰਾਤ ਬਾਕੀ ਹੈ, ਸਿਵਲ ਲਾਈਨਸ, और रूपधारा, हानी, भवानी, मित्र प्यारे नू, जेरा, बर्फ दी अग, तारीख वेखदी है, लहू दी लो, मनुखता, मोड़ा, सुर सांझ, अन्या चो उठो सूरमो, एहसास, खूबसूरत, दुश्मन, तोसाली दी हंसो, चिक्कड़ दे कवल, रूपमती, खून दे सोहिले गावीए नानक, भाग एक ते भाग दूजा। बई भाग एक ते भाग दूजा, दो भाग है। खून दे सोहिले गावीए भाए गावीए नानक, इहदे दो भाग ने, एक भाग दूजा। फिर मुक्ति मार्ग, एक होर हैलन, सुंदरा, लद्दा, परी ने चानण उजाड़ चों, लद्दा परी ने चानण उजाड़ चों। हुण दा एक ट्रिक जी बनाई है बई, वैसे याद कर लियो वरना ट्रिक की सहायता नाल तुसीं याद कर सकते हो। ट्रिक की है, परियां वर्गियां खूबसूरत कुड़ियां बई, परियां वर्गियां खूबसूरत कुड़ियां, परी तो अपने की हो गया, लद्दा परी ने चानण उजाड़ चों। परियां वर्गी खूबसूरत कुड़ियां, अगे कुड़ियां दे नाम है बई रूपमती, नावल का नाम है पाली, पाली ते भी नावल है भाई, हेलन, एक होर हेलन, हंसो ते तोसाली दी हंसो। उस तो बाद भवानी नावल है, मुक्ति, मुक्ति मार्ग नावल है भाई, हानी, हानी नावल है, मित्र कंवल सी। यानी कि परियां वर्गी जड़ियां परियां वर्गियां खूबसूरत कुड़ियां, उन्होंने नाम है रूपमती, पाली, हैलन, हंसो, भवानी, मुक्ति। दा जड़ा हानी सीगा मित्र सी, वो कंवल सी। मित्र है जड़ा, मित्र तो नावल है आ बई, मित्र प्यारे नू। उन्हें कहा, उन्हें की कहा
ਉਹਨੇ ਕਿਹਾ ਅੰਨਿਆਂ ਚੋਂ ਉੱਠੋ ਸੂਰਮਾ, ਹੁਣ ਅਨਿਆਏ ਨਾ ਚੱਲੋ, ਅੰਨਿਆਂ ਚੋਂ ਉੱਠੋ ਸੂਰਮੋ, ਖੂਨ ਦੇ ਸੋਹਿਲੇ ਗਾਓ। ਤੇ ਅੰਨਿਆਂ ਚੋਂ ਉੱਠੋ ਸੂਰਮੋ, ਖੂਨ ਦੇ ਸੋਹਿਲੇ ਗਾਓ, ਇਹ ਵੀ ਨਾਵਲਾਂ ਦੇ ਨਾਮ ਨੇ। ਇਸੇ ਅਹਿਸਾਸ ਲਈ ਜਦੋਂ ਉਹਨਾਂ ਨੇ ਲੋਕਾਂ ਨੂੰ ਅਹਿਸਾਸ ਕਰਾਤਾ ਬਈ, ਕਿੰਨੇ ਮਿੱਤਰ ਪਿਆਰੇ ਕਵਲ ਨੇ, ਮਿੱਤਰ ਪਿਆਰੇ ਕਵਲ ਨੇ ਜਦੋਂ ਲੋਕਾਂ ਨੂੰ ਅਹਿਸਾਸ ਕਰਾਤਾ ਬਈ ਤੁਸੀਂ ਹੁਣ ਅਨਿਆਏ ਨੂੰ ਨਾ ਚੱਲੋ, ਉਸ ਤੋਂ ਉੱਠ ਜਾਓ ਸੂਰਮੋ, ਇਹ ਜਦੋਂ ਅਹਿਸਾਸ ਹੋ ਗਿਆ ਤਾਂ ਫਿਰ ਸਰਕਾਰਾਂ ਨੂੰ ਪਤਾ ਲੱਗ ਗਿਆ ਔਰ ਫਿਰ ਸਰਕਾਰਾਂ ਨੇ ਉਹਨਾਂ ਨੂੰ ਫਾਂਸੀ ਤੇ ਚੜਾਤਾ। ਫਾਂਸੀ ਕਦੋਂ ਚੜਾਇਆ? ਪੂਰਨਮਾਸ਼ੀ ਦੀ ਰਾਤ ਨੂੰ ਫਾਂਸੀ ਤੇ ਚੜਾਤਾ। ਦੁਬਾਰਾ ਦੇਖਦੇ ਹਾਂ ਬਈ ਟ੍ਰਿਕ। ਪਰੀਆਂ ਵਰਗੀਆਂ ਖੂਬਸੂਰਤ ਕੁੜੀਆਂ, ਉਹਨਾਂ ਦੇ ਨਾਮ ਦਿੱਤੇ ਹੈ, ਰੂਪਮਤੀ, ਪਾਲੀ, ਹੈਲਨ, ਹੰਸੋ, ਭਵਾਨੀ ਤੇ ਮੁਕਤੀ। ਉਹਨਾਂ ਦਾ ਹਾਣੀ ਸੀ ਬਈ ਮਿੱਤਰ ਸੀਗਾ ਕਵਲ। ਕਵਲ ਰਾਈਟਰ ਦਾ ਨਾਮ ਹੈ ਔਰ ਚਿੱਕੜ ਤੇ ਕਵਲ ਨਾਵਲ ਵੀ ਹੈਗਾ। ਕਵਲ ਸੀ, ਉਹਨੇ ਕਿਹਾ, ਉਹਨੇ ਇੱਕ ਜਾਗਰਤੀ ਪੈਦਾ ਕੀਤੀ ਲੋਕਾਂ ਦੇ ਵਿੱਚ, ਅੰਨਿਆਂ ਚੋਂ ਉੱਠੋ ਸੂਰਮੋ, ਖੂਨ ਦੇ ਸੋਹਿਲੇ ਗਾਓ। ਤਾਂ ਇਸ ਕਾਰਨ ਕੀ ਹੋਇਆ? ਇਸ ਕਾਰਨ ਉਸ ਨੂੰ ਇਸੇ ਅਹਿਸਾਸ ਲਈ ਪੂਰਨਮਾਸੀ ਦੀ ਰਾਤ ਨੂੰ ਫਾਂਸੀ ਤੇ ਚੜਾਤਾ। ਪੂਰਨਮਾਸੀ ਦੀ ਰਾਤ ਨੂੰ ਫਾਂਸੀ ਤੇ ਚੜਾਤਾ। ਤੇ ਪੂਰਨਮਾਸੀ ਹੈ ਜਿਹੜਾ ਉਹ ਵੀ ਨਾਵਲ ਹੈਗਾ ਹੈ। ਰਾਤ ਰਾਤ ਬਾਕੀ ਹੈ, ਫਾਂਸੀ, ਸੱਚ ਨੂੰ ਫਾਂਸੀ, ਜਿਹੜੇ ਇਹਦੇ ਨਾਵਲ ਨੇ। ਇਸ ਤਰੀਕੇ ਨਾਲ ਜਦੋਂ ਆਪਾਂ ਨੂੰ ਇਹ ਟ੍ਰਿਕ ਯਾਦ ਰਹੇਗੀ ਤਾਂ ਉਸ ਤੋਂ ਆਪਾਂ ਕੀ ਕਰਾਂਗੇ, ਜੇ ਨਾਵਲ ਹੈ ਉਹਨਾਂ ਦੇ ਥਰੂ ਪਹੁੰਚ ਜਾਵਾਂਗੇ। ਜਿਵੇਂ ਆ ਦੇਖੋ, ਸੱਚ ਨੂੰ ਫਾਂਸੀ ਹੈ, ਪਾਲੀ ਹੈ, ਭਵਾਨੀ ਹੈ, ਠੀਕ ਹੈ, ਰੂਪਧਾਰਾ ਹੈ, ਰੂਪਧਾਰਾ ਹੈ, ਰੂਪਮਤੀ ਜਿਵੇਂ ਕੁੜੀ ਦਾ ਨਾਮ ਹੈ ਤੇ ਰੂਪਧਾਰਾ ਹੈ ਗਿਆ ਇੱਥੇ, ਲਹੂ ਦੀ ਲੋਹ ਹੋ ਗਿਆ ਬਈ, ਮਨੁੱਖਤਾ, ਮੋੜਾ, ਸੁਰ ਸਾਂਝ, ਕਈ ਜਿਹੜੇ ਨੇ ਨਾਵਲ ਉਹ ਟ੍ਰਿਕ ਚ ਨਹੀਂ ਹੈ, ਉਹ ਤੁਸੀਂ ਯਾਦ ਕਰ ਲੈਣਾ ਹੈ ਭਾਈ, ਯਾਦ ਕਰ ਲਿਓ। ਨਹੀਂ ਤਾਂ ਸਾਰੇ ਤੁਸੀਂ ਨਾਵਲ ਯਾਦ ਕਰ ਲਿਓ, ਵਰਨਾ ਇੱਕ ਯਾਦ ਕਰ ਲਿਓ ਬਈ ਕਈ ਕੁੜੀਆਂ ਸੀ, ਉਹਨਾਂ ਦਾ ਇੱਕ ਮਿੱਤਰ ਸੀਗਾ ਕਵਲ। ਉਸ ਨੇ ਕੀ ਕਹਿੰਦਾ ਕਿ ਲੋਕਾਂ ਵਿੱਚ ਜਾਗਰਤੀ ਫੈਲਾਈ, ਉਹਨਾਂ ਨੂੰ ਕਿਹਾ ਅੰਨਿਆਂ ਚੋਂ ਉੱਠੋ ਸੂਰਮੋ, ਖੂਨ ਦੇ ਸੋਹਿਲੇ ਗਾਓ ਬਈ। ਤਾਂ ਇਸ ਕਾਰਨ ਕੀ ਕੀਤਾ ਕਿ ਪੂਰਨਮਾਸੀ ਦੀ ਰਾਤ ਨੂੰ ਉਸ ਨੂੰ ਫਾਂਸੀ ਤੇ ਚੜਾਤਾ। ਪੂਰਨਮਾਸੀ, ਸੱਚ ਨੂੰ ਫਾਂਸੀ, ਰਾਤ ਬਾਕੀ ਹੈ। ਇਹ ਨਾਵਲ ਕੀ ਹੈ ਕਿ ਇੱਥੋਂ ਜੁੜਦੇ ਨੇ ਇਹਦੇ ਨਾਲ। ਬਾਕੀ ਤੁਸੀਂ ਨਾਵਲ ਹੈ ਉਹ ਵੇਖ ਲੈਣੇ ਹੈ। ਇੱਕ ਸਟੋਰੀ ਜੀ ਬਣ ਗਈ ਬਈ। ਇਸ ਸਟੋਰੀ ਨਾਲ ਜਦ ਜਸਵੰਤ ਸਿੰਘ ਕੰਵਲ ਤੁਹਾਨੂੰ ਯਾਦ ਆਊਗਾ ਤਾਂ ਜਸਵੰਤ ਸਿੰਘ ਕੰਵਲ ਦੇ ਨਾਮ ਕੁਝ ਕੁੜੀਆਂ ਦੇ ਨਾਮ ਯਾਦ ਆਣਗੇ ਔਰ ਫਿਰ ਉਹਨੇ ਜੋ ਇਨਕਲਾਬ ਕੀਤਾ ਉਸ ਦੇ ਨਾਲ ਤੁਹਾਨੂੰ ਅਚੇਤੇ ਰਹੇਗਾ ਕਿ ਇਹ ਜਿਹੜਾ ਨਾਵਲਕਾਰ ਹੈ ਇਹ ਪ੍ਰਗਤੀਵਾਦੀ ਨਾਵਲਕਾਰ ਹੈਗਾ ਹੈ, ਉਹਨੇ ਇਨਕਲਾਬ ਕੀਤਾ। ਇਸ ਨਾਲ ਇਹ ਚੀਜ਼ ਵੀ ਤੁਹਾਨੂੰ ਯਾਦ ਰਹੇਗੀ। ਹੁਣ ਇਹਦੀਆਂ ਸਵੈ ਜੀਵਨੀਆਂ ਬਈ, ਕਈ ਸਵੈ ਜੀਵਨੀਆਂ ਨੇ ਲਿਖੀ ਹੈ, ਉਸ ਦੇ ਬਾਰੇ ਜੇ ਆਪਾਂ ਗੱਲ ਕਰ ਲਈਏ, ਪੁੰਨਿਆ ਦਾ ਚਾਨਣ ਬਈ, ਫਿਰ ਰੂਹ ਦੀਆਂ ਹੇਕਾਂ ਤੇ ਤੁਰ ਦਰਗਾਹ, ਤਿੰਨ ਸਵੈ ਜੀਵਨੀਆਂ ਬਈ, ਪੁੰਨਿਆ ਦਾ ਚਾਨਣ, ਰੂਹ ਦੀਆਂ ਹੇਕਾਂ ਤੇ ਤੁਰ ਦਰਗਾਹ, ਇਹ ਇਹਦੀਆਂ ਸਵੈ ਜੀਵਨੀਆਂ ਨੇ। ਜਸਵੰਤ ਦਾ ਕੀ ਸੀ, ਜਿਹੜਾ ਪਹਿਲਾ ਨਾਵਲ ਸੀ ਉਹ ਸੀ ਸੱਚ ਨੂੰ ਫਾਂਸੀ। ਜਿਹੜਾ ਪਹਿਲਾ ਨਾਵਲ ਹੈ ਇਹਦਾ ਉਹ ਹੈਗਾ ਹੈ ਸੱਚ ਨੂੰ ਫਾਂਸੀ। ਭਾਵੁਕ, ਕਾਵਕ, ਦਾਰਸ਼ਨਿਕ ਤੇ ਸੂਖਮਤਾ ਨਾਲ ਭਰਿਆ ਹੋਇਆ ਜਸਵੰਤ ਦਾ ਪਹਿਲਾ ਨਾਵਲ ਹੈ ਜਿਹੜਾ ਸੱਚ ਨੂੰ ਫਾਂਸੀ ਹੈ ਬਈ। ਪਹਿਲੇ ਨੰਬਰ ਤੇ ਲਿਖਿਆ ਹੋਇਆ ਇਸ ਨੂੰ, ਸੱਚ ਨੂੰ ਫਾਂਸੀ। 1944 ਦੇ ਅੰਦਰ ਇਹ ਆਇਆ ਸੀ। ਕਈ ਵਾਰ ਪੁੱਛ ਲਿੱਤਾ ਜਾਂਦਾ ਹੈ ਬਈ, ਆਪਣੇ ਨੋਟਸ ਦੇ ਅੰਦਰ ਵੀ ਮੈਂ ਜਿਹੜਾ ਪਹਿਲਾ ਨਾਵਲ ਹੈ ਉਸ ਦੀ ਡੇਟ ਦਿੱਤੀ ਹੈ, ਉਹ ਇਸੇ ਕਾਰਨ ਦਿੱਤੀ ਹੈ ਕਿ ਕਈ ਵਾਰ ਪੁੱਛ ਲਿਆ ਜਾਂਦਾ ਅਗਰ ਕਿਸੇ ਦਾ ਵੀ ਨਾਵਲ ਦੀ ਅਗਰ ਸਨ ਪੁੱਛਿਆ ਜਾਵੇਗਾ ਤਾਂ ਪਹਿਲੇ ਦੀ ਜ਼ਿਆਦਾ ਸੰਭਾਵਨਾ ਹੋਏਗੀ। ਸਭ ਤੋਂ ਪਹਿਲਾਂ ਅਗਰ ਸਨ ਪੁੱਛਿਆ ਜਾਂਦਾ ਹੈ ਤਾਂ ਭਾਰਤੀ ਸਾਹਿਤ ਅਕਾਦਮੀ ਜੇਤੂ ਦਾ ਪੁੱਛਿਆ ਜਾ ਸਕਦਾ ਹੈ। ਫਿਰ ਉਸ ਤੋਂ ਬਾਅਦ ਦੂਜੇ ਨੰਬਰ ਤੇ ਪਹਿਲੇ ਨਾਵਲ ਦਾ ਹੈ ਜੋ, ਜਾਂ ਜੋ ਉਹਦੀ ਪਹਿਲੀ ਕਿਰਤ, ਪਹਿਲੀ ਲਿਖਤ ਹੈ ਉਸ ਦਾ ਹੋ ਸਕਦਾ ਹੈ। ਤੇ ਜ਼ਰੂਰੀ ਨਹੀਂ ਕਿ ਕੋਈ ਵੀ ਨਾਵਲਕਾਰ ਹੋਵੇ ਉਹਦੀ ਪਹਿਲੀ ਲਿਖਤ ਨਾਵਲ ਹੀ ਹੋਵੇ, ਉਸ ਤੋਂ ਪਹਿਲਾਂ ਉਹ ਕਵੀ ਵੀ ਹੋ ਸਕਦਾ ਹੈ, ਕਹਾਣੀ ਵੀ ਲਿਖੀ ਹੋ ਸਕਦੀ ਹੈ ਉਸਨੇ। ਪਰੰਤੂ ਇੱਥੇ ਆਪਾਂ ਗੱਲ ਕਰੀਏ ਇਹਦਾ ਪਹਿਲਾ ਨਾਵਲ ਸੀ ਜਿਹੜਾ ਉਹ ਆ ਸੀਗਾ, ਠੀਕ ਹੈ। ਔਰ ਇਹਨੇ ਕੀ ਕੀਤਾ ਦੇਖੋ, ਇਸ ਤੋਂ ਪਹਿਲਾਂ ਜਿਹੜੇ ਨਾਵਲਕਾਰ ਸੀਗੇ ਉਹਨਾਂ ਬਾਰੇ ਆਪਾਂ ਪੜਿਆ, ਪਰ ਜਸਵੰਤ ਸਿੰਘ ਕੰਵਲ ਸੀ ਜਿਹੜਾ ਉਹ ਕਿੱਥੇ ਦਾ ਸੀ? ਮਾਲਵੇ ਦਾ ਸੀਗਾ। ਕਿੱਥੇ ਦਾ ਸੀਗਾ ਬਈ? ਮਾਲਵੇ ਦਾ ਹੈਗਾ ਇਹ ਬੰਦਾ ਮਾਲਵੇ ਦਾ, ਔਰ ਮਾਲਵੇ ਖੇਤਰ ਤੋਂ ਸੰਬੰਧਿਤ ਨਾਵਲ ਲਿਖਣ ਵਾਲਾ ਇਹ ਨਾਵਲਕਾਰ ਹੈ। ਪਹਿਲਾ ਹੀ ਨਾਵਲਕਾਰ ਬਣਦਾ ਬਈ। ਇਸ ਤੋਂ ਪਹਿਲਾਂ ਜਿਹੜੇ ਆਪਾਂ ਨਾਵਲਕਾਰ ਪੜ੍ਹੇ ਉਹਨਾਂ ਵਿੱਚ ਤੇ ਇਹ ਜਿਹੜਾ ਹੈਗਾ ਹੈ ਜਸਵੰਤ ਸਿੰਘ ਕੰਵਲ, ਇਹਨੂੰ ਪੰਜਾਬੀ ਦਾ ਰਸੂਲ ਹਮਜ਼ਾ ਤੋਜ ਵੀ ਕਹਿੰਦੇ ਆ ਬਈ। ਇਹ ਪੰਜਾਬੀ ਦਾ ਰਸੂਲ ਹਮਜ਼ਾ ਤੋਜ ਹੈ ਬਈ।
रसूल हमजा तोव है जिहड़ा वो बहुत वड्डा राइटर होया है भाई। मेरा दागिस्ताना उनकी फैमस बुक है भाई, और विश्व के लगभग सारिया भाषावां के अंदर उनका अनुवाद किया होया है, तो बहुत ही वधिया बुक है। अगर वो पढ़नी हो तो मैं अपने टैलीग्राम चैनल के उत्ते पा सकता है, परंतु अपने को इन्ना समा नहीं है क्योंकि हुण जिहड़ा समा है वो सैकंड ग्रेड की तैयारी करनी है, थर्ड ग्रेड की तैयारी करनी, किसी ने पढ़नी हो तो वो लै सकता है, कोई दिक्कत नहीं। पंजाबी का रसूल हमजा तो इनू कहते हैं, पंजाब की पग इनू कहते हैं, और पंजाबी किरसानी का सर्वोत्तम साहित्यकार है। पंजाबी किरसानी नूं इन्हें हटाया सी, और पंजाबी किरसानी बारे काफ़ी कुछ इन्हें लिखिया है। इस बंदे ने पंजाबी किरसानी बारे काफ़ी कुछ लिखिया है, और मलवई खिते तो संबंध सीगा, मलवई नावलकार है भाई, इस गल की भी तुसीं ध्यान रखना है। तो मलवई विरसा मलवई सभ्याचार के नावल के अंदर तुहानूं देखण नूं मिलेगा। और जिथे इंकलाब दी ने गल की है, देखो उन्या चोठो सुरमो, तो जो यह गल्लां आ जाए तो आपको पता लग जाएगा ये बंदा यथार्थवादी प्रगतिवादी नावलकार बनता है भाई। इनका जो साहित्यक सफर सी भाई मलाया तो शुरू होता है और परवान चढ़िया मालवा दे विच, मलाया तो मालवा तक इनका साहित्यक सफर रहा भी। मलाया भी ये गया सी, उत्थे भी इन्हें लिखिया, फिर पंजाब च आया, पंजाब च आके भी इन्हें लिखिया, और नावल के खेत्र च मालवा है जिहड़ा उस दे बारे काफ़ी कुछ है। इसने शुरुआती दौर वाले जिहड़े नावलकार है उन्हां विचों ये बनता है। हुण आपां गल करते हाँ इहदे नावल सच नूं फांसी, जिहड़ा इहदा पहला नावल है। इहदे वाहवा नावल आपां करांगे बई, काफ़ी नावलों का विषा वस्तु है वो आपां इसदा करांगे, क्योंकि जसवंत कंवल बाई नेम अपने दिता होया है, तो विषा वस्तु आपको पता होना चाहिए ताकि उस आप विश्लेषण कर सकिए, एक ठीक जा अंदाजा ला सकिए। अगर कोई विषा पूछ लिया जाता है तो इस नावलकार का भी आपको पता लगता है। सच नूं फांसी है मालवा किसानों के फसाद ते मुकदमेबाजी, जिहड़े किसान है फसादा च पे रहिंदे, मुकदमेबाजी पे रहिंदे, लड़ते रहते हैं, उन्हां बारे इसने करिया सीगा बई, इस नावल के अंदर सीगा। और किसी एक फलसफे नाल ये नहीं बनिया रहा नावलकार, परंतु अगर देखा जाए तो इनके उत्ते जिंदा प्रभाव रहा वो सी मार्क्सवादी प्रगतिवादी यथार्थवादी फलसफे का, तो फलसफा इत्थे बनता है वो मार्क्सवादी फलसफा इनका बनता है। जिथे गल्लां ही जिहियां आ गई बई अन्या चो उठो, खून दे सोई लगाओ, ये करो वो करो, जिथे इंकलाब की गल आ गई उत्थे मार्क्सवाद की गल आएगी। मार्क्सवाद तो अगर थोड़े थले नूं जाइए तो प्रगतिवाद, फिर यथार्थवाद आते हैं भाई। तो इस विच की कहते हैं मालवे के जिहड़े किसान ने उन्हां दे फसादां ते मुकदमेबाजी, किसानां दी मुकदमेबाजी ते फसादां बारे तुसीं गौर किया होना। पहला जिहड़ियां पंजाबी फिल्मां आंदियां सीगियां, पहला जिहड़ियां पंजाबी फिल्मां आंदियां सी ना, तां उस विच की सी, हाँ जी इनके बारे आप गल कर लांगे बई अगे। तो जिहड़ियां फिल्म आंदियां सी तुसीं देखिया होना पंजाबी दे विच, तो पंजाबी दियां जिहड़ियां भी फिल्म आंदियां सी, तुसीं शुरुआत के दौर ते देखो बदला जट्टी दा ते फलाना इह जिहियां फिल्म आंदियां सी, उहदे विच की होया करदा सी, उहदे विच लड़ाई सारी जमीन दी सी, जमीन की लड़ाई होया करती सी, जमीन की लड़ाई पिछे वड्डे होंदे सी, फिर वो मार दिया करते सीगे। हजे तक तुसीं देखिया होना जिवें जिहड़ा कई फिल्मां च ये मुद्दा रहा बई, जिवें सरीक फिल्म के अंदर भी आ मुद्दा रहा सीगा। तो शुरू शुरू जिहड़ियां फिल्म आईयां जिहड़े पुरातन अगर पंजाबी फिल्मां तुसीं देखियां जिहड़े जसवंत सिंह कंवल के समय दियां अगर फिल्मां की गल करिए तो उन्हां दे विच मुकदमा आ ही सिस्टम रहा, बदला जट्टी दा और जट करके कई ऐसियां फिल्मां जिन्हां दी स्टोरी आ रही हैगी बई मुकदमे संबंधित। तो सच नूं फांसी है उनकी भी आई स्टोरी है, मालवा किसानों के फसाद ते मुकदमेबाजी बारे इसकी कहानी हैगी है। हुण अगे गल करिए आपां, ये जिहड़ा बंदा सी बई जसवंत सिंह कंवल पंजाब के पेंडू किसानी जीवन ते सरल समस्यावां दी इन्हें बौद्धिक दृष्टि नाल देखदा है। मार्क्सवादी ते समाजवादी प्रभाव वाले नावल इहदे रहे है कई, उन्हां बारे आपां गल करिए। मार्क्सवादी प्रभाव वाले नावल बई, मार्क्सवादी समाजवादी, मार्क्सवाद समाजवाद बारे मैं कल वाली वीडियो च समझाया होया बई, उस तो तुसी देख सकते हो। जे होर समझना तो अपने डाउन सैशन के अंदर तुसी दस दिओ, मैं होर समझा दांगा बई। इस तो संबंधित जिहड़े
ਹੈਗੇ ਹੈ ਮਾਰਕਸਵਾਦ ਤੇ ਸਮਾਜਵਾਦ ਦੇ ਪ੍ਰਭਾਵ ਵਾਲੇ। ਹਾਣੀ, ਪੂਰਨਮਾਸੀ, ਸੱਚ ਨੂੰ ਫਾਂਸੀ, ਰਾਤ ਬਾਕੀ ਹੈ, ਅੰਨਿਆ ਚੌਥੋ ਸੂਰਮੋ, ਰੂਪਧਾਰਾ, ਸਿਵਲ ਲਾਈਨ, ਭਵਾਨੀ, ਤਾਰੀਖ ਵੇਖਦੀ ਹੈ। ਇਹ ਜਿਹੜੇ ਨਾਵਲ ਨੇ ਇਹ ਮਾਰਕਸਵਾਦੀ ਤੇ ਸਮਾਜਵਾਦੀ ਪ੍ਰਭਾਵ ਵਾਲੇ ਨਾਵਲ ਨੇ। ਇਹਦੇ ਹੁਣ ਇਹਦੇ 'ਚ ਗੱਲ ਕਰੀਏ, ਦੇਖੋ ਪਹਿਲਾਂ ਤਾਂ ਕੁਝ ਮਾਰਕਸਵਾਦੀ ਤੇ ਥੋੜੇ ਉਹ ਨਾਮ ਲੈ ਲਈਏ, ਜਿਵੇਂ ਅੰਨਿਆ ਚੌਥੋ ਸੂਰਮੋ, ਸੱਚ ਨੂੰ ਫਾਂਸੀ। ਆ ਆਪਾਂ ਨਾਮ ਲਿਖ ਦਈਏ ਬਈ, ਇਹ ਤਾਂ ਅੰਨਿਆ ਚੋਂ ਉੱਠੋ ਸੂਰਮੋ, ਠੀਕ ਹੈ। ਜਿੱਥੇ ਇੱਥੇ ਗੱਲ ਇਨਕਲਾਬ ਦੀ ਕਰਤੀ, ਗੱਲ ਇਨਕਲਾਬ ਦੀ ਕਰਤੀ, ਤੇ ਜਿਨ੍ਹਾਂ ਨੇ ਇਨਕਲਾਬ ਦੀ ਗੱਲ ਕੀਤੀ ਸੀ ਭਈਆ ਉਹਨੂੰ ਫਾਂਸੀ ਚੜਾਇਆ, ਸੱਚ ਨੂੰ ਫਾਂਸੀ, ਠੀਕ ਹੈ ਬਈ। ਹੁਣ ਕੀ ਹੈ ਕਿ ਦੇਖੋ ਇਹਨਾਂ ਦੇ ਨਾਮ ਤੋਂ ਪਤਾ ਲੱਗ ਰਿਹਾ ਕਿ ਆਪਾਂ ਨੂੰ ਇਹ ਹੋ ਸਕਦਾ ਹੈ, ਜਾਂ ਤਾਰੀਖ ਦੇਖਦੀ ਹੈ, ਤਾਰੀਖ ਗਵਾਹ ਹੈ ਬਈ, ਤਾਰੀਖ ਦੇਖਦੀ ਹੈ। ਇੱਥੋਂ ਵੀ ਥੋੜਾ ਆਪਾਂ ਨੂੰ ਝਲਕ ਪੈਂਦੀ ਹੈ ਬਈ ਕਿ ਇਹ ਮਾਰਕਸਵਾਦੀ ਸਮਾਜਵਾਦੀ ਨਾਵਲ ਹੋ ਸਕਦੇ ਨੇ, ਹੈਗੇ ਆ ਬਈ। ਇਹ ਟੈਗਲਾਈਨ ਆਪਾਂ ਜਦੋਂ ਲਾਈਨ ਪੜਾਂਗੇ ਉਦੋਂ ਹੀ ਆਪਾਂ ਨੂੰ ਪਤਾ ਲੱਗ ਜਾਏਗਾ। ਹੁਣ ਅੱਗੇ ਗੱਲ ਕਰੀਏ, ਕਈ ਹੋਰ ਵੀ ਨਾਵਲ ਨੇ, ਜਿਵੇਂ ਹਾਣੀ ਨਾਵਲ ਹੋ ਗਿਆ, ਪੂਰਨਮਾਸ਼ੀ ਨਾਵਲ ਹੋ ਗਿਆ ਬਈ। ਹਾਣੀ, ਪੂਰਨਮਾਸ਼ੀ, ਰਾਤ ਬਾਕੀ ਹੈ। ਤੇ ਆਪਾਂ ਨੂੰ ਥੋੜਾ ਜਿਹਾ ਇਹ ਅੰਦਾਜ਼ਾ ਹੋਣਾ ਚਾਹੀਦਾ, ਕਿਉਂਕਿ ਕਈ ਰੋਮਾਂਟਿਕ ਨਾਵਲ ਵੀ ਨਹੀਂ ਲਿਖਿਆ, ਉਹਦੀ ਆਪਾਂ ਅੱਗੇ ਗੱਲ ਕਰਾਂਗੇ, ਤਾਂ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਆ ਨਾਵਲ ਹੈਗੇ ਹੈ ਇਹਦੇ ਮਾਰਕਸਵਾਦ ਜਾਂ ਸਮਾਜਵਾਦ ਤੋਂ ਸੰਬੰਧਿਤ ਨੇ। ਰੂਪਧਾਰਾ, ਸਿਵਲ ਲਾਈਨਸ, ਰੂਪਧਾਰਾ, ਸਿਵਲ ਲਾਈਨਸ, ਇਹ ਜਿਹੜੇ ਨਾਵਲ ਹਨ ਇਹ ਇਹਦੇ ਮਾਰਕਸਵਾਦੀ ਸਮਾਜਵਾਦੀ ਪ੍ਰਭਾਵ ਵਾਲੇ ਨਾਵਲ ਨੇ, ਜਿਸ ਵਿੱਚ ਹਾਣੀ, ਪੂਰਨਮਾਸੀ, ਸੱਚ ਨੂੰ ਫਾਂਸੀ, ਰਾਤ ਬਾਕੀ ਹੈ, ਅੰਨਿਆ ਚੌਥੋ ਸੂਰਮੋ, ਰੂਪਧਾਰਾ, ਸਿਵਲ ਲਾਈਨਸ, ਭਵਾਨੀ, ਤਾਰੀਖ ਵੇਖਦੀ ਹੈ। ਹੁਣ ਜਿਹੜਾ ਅਗਲਾ ਨਾਵਲ ਹੈ ਬਰਫ਼ ਦੀ ਅੱਗ, ਬਰਫ਼ ਦੀ ਅੱਗ। ਹੁਣ ਦੇਖੋ ਆਪਣੇ ਤਾਂ ਬਰਫ਼ ਇੱਥੇ ਪੈਂਦੀ ਨਹੀਂ ਗੀ, ਆਪਣੇ ਤੇ ਬਰਫ਼ ਨਹੀਂ ਪੈਂਦੀ, ਬਰਫ਼ ਜੇ ਪੈਂਦੀ ਵੀ ਹੈ ਤਾਂ ਥੋੜੀ ਬਹੁਤ ਕਸ਼ਮੀਰ ਦੇ ਵਿੱਚ ਪੈਂਦੀ ਹੈਗੀ ਹੈ। ਅਧਿਕਤਰ ਅਗਰ ਦੇਖਿਆ ਜਾਵੇ ਬਰਫ਼ ਹੈ ਜਿਹੜੀ ਉਹ ਪੈਂਦੀ ਹੈਗੀ ਹੈ ਪੱਛਮੀ ਸੱਭਿਆਚਾਰ, ਪੱਛਮੀ ਸੱਭਿਆਚਾਰ ਹੈ। ਪੱਛਮੀ ਜਿਹੜੇ ਦੇਸ਼ ਨੇ, ਆਪਣਾ ਦੇਸ਼ ਹੈ ਪੂਰਬੀ ਦੇਸ਼ ਹੈ ਬਈ, ਠੀਕ ਹੈ, ਔਰ ਪੱਛਮੀ ਜਿਹੜੇ ਦੇਸ਼ ਨੇ ਉੱਥੇ ਬਰਫ਼ ਪੈਂਦੀ, ਔਰ ਉਹ ਬਰਫ਼ ਦੀ ਅੱਗ ਜਿਹੜੀ ਹੈ ਉਹ ਫੈਲ ਚੁੱਕੀ ਹੈ। ਬਰਫ਼ ਦੀ ਅੱਗ ਹੈ ਜਿਹੜੀ ਉਹ ਫੈਲ ਚੁੱਕੀ ਹੈ ਹੋਰਾਂ ਦੇਸ਼ਾਂ ਦੇ ਵਿੱਚ। ਤੇ ਉਹ ਜਿਹੜਾ ਪੱਛਮੀ ਸੱਭਿਆਚਾਰ ਦੀ ਪੇਸ਼ਕਾਰੀ ਇਹਦੇ ਵਿੱਚ ਕੀਤੀ ਹੈ, ਔਰ ਸਮਾਜ ਜਿਹੜਾ ਅੰਗਰੇਜ਼ਾਂ ਨੇ ਆਪਣੇ ਉੱਤੇ ਜ਼ੁਲਮ ਢਾਇਆ ਉਸ ਦੇ ਬਾਰੇ ਗੱਲ ਕੀਤੀ, ਉਸ ਅੱਗ ਦੀ ਗੱਲ ਕੀਤੀ ਹੈ। ਤਾਂ ਪੱਛਮੀ ਸੱਭਿਆਚਾਰ ਦੀ ਪੇਸ਼ਕਾਰੀ ਔਰ ਪ੍ਰਭਾਵ ਕੀ ਹੈ, ਸਮਾਜਵਾਦੀ ਵਿਚਾਰਧਾਰਾ। ਬਰਫ਼ ਦੀ ਅੱਗ ਵਿੱਚ, ਬਰਫ਼ ਦੀ ਅੱਗ ਆਪਾਂ ਨੂੰ ਪਤਾ ਹੀ ਲੱਗ ਗਿਆ ਬਈ ਬਰਫ਼ ਆਪਣੇ ਘੱਟ ਪੈਂਦੀ ਹੈ, ਉਧਰਲੇ ਪਾਸੇ ਜ਼ਿਆਦਾ ਪੈਂਦੀ ਹੈ। ਤਾਂ ਪੱਛਮੀ ਸੱਭਿਆਚਾਰ ਦੀ ਪੇਸ਼ਕਾਰੀ, ਪੱਛਮੀ ਸੱਭਿਆਚਾਰ ਦੀ ਪੇਸ਼ਕਾਰੀ ਔਰ ਪ੍ਰਭਾਵ ਕੀ ਹੈ, ਸਮਾਜਵਾਦੀ, ਇਸ ਤੋਂ ਸੰਬੰਧਿਤ ਹੈ। ਦੇਖੋ ਜਿੱਥੇ ਅੱਜ ਤੱਕ ਆਪਾਂ ਨਾਵਲ ਪੜ੍ਹ ਰਹੇ ਹਾਂ, ਇਹਦੇ ਨਾਵਲ 'ਚ ਕੀ ਆ ਰਿਹਾ, ਸਮਾਜਵਾਦ, ਮਾਰਕਸਵਾਦ, ਪ੍ਰਗਤੀਵਾਦ, ਇਹ ਸ਼ਬਦ ਨੇ ਜਿਹੜੇ ਆ ਰਹੇ ਨੇ। ਜਦੋਂ ਇਹਨਾਂ ਦੀ ਗੱਲ ਹੋ ਗਈ, ਕਿਉਂਕਿ ਮਾਰਕਸਵਾਦ ਜਿਹੜਾ ਸੀ ਇਹਦੇ ਉੱਤੇ ਪ੍ਰਭਾਵ ਕਾਫੀ ਸੀ ਬਾਈ ਜਸਵੰਤ ਸਿੰਘ ਕੰਵਲ ਦੇ ਉੱਤੇ, ਮਾਰਕਸਵਾਦ ਦਾ ਪ੍ਰਭਾਵ ਕਾਫੀ ਸੀ। ਅਗਰ ਦੇਖਿਆ ਜਾਵੇ ਤਾਂ ਮਾਰਕਸਵਾਦੀ, ਸਮਾਜਵਾਦੀ, ਪ੍ਰਗਤੀਵਾਦੀ, ਯਥਾਰਥਵਾਦੀ ਜਿਹੜਾ ਹੈ ਉਹ ਨਾਵਲਕਾਰ ਇਹ ਬਣਦਾ ਹੈ। ਔਰ ਇਸ ਦੇ ਅੰਦਰ ਸੀ ਕਿ ਸ਼੍ਰੇਣੀ ਰਹਿਤ ਤੇ ਰਾਜ ਰਹਿਤ ਸਮਾਜ ਦਾ ਸੁਪਨਾ। ਮਾਰਕਸਵਾਦ ਦੇ ਅੰਦਰ ਮਾਰਕਸਵਾਦ ਚਾਹੁੰਦਾ ਸੀਗਾ ਸ਼੍ਰੇਣੀ ਰਹਿਤ ਤੇ ਸਮਾਜ ਰਹਿਤ ਸਮਾਜ ਦਾ ਜਿਹੜਾ ਸੁਪਨਾ ਸੀਗਾ ਉਹ ਚਾਹੁੰਦਾ ਸੀ ਬਈ। ਤੇ ਉਸ ਤੋਂ ਬਾਅਦ ਅਗਰ ਗੱਲ ਕਰੀਏ ਇੱਕ ਹੋਰ ਹੈਲਨ, ਸਿਵਲ ਲਾਈਨਸ ਜਿਹੜਾ ਇਹਦਾ ਨਾਵਲ ਹੈ ਉਹ ਸਿਵਲ ਲਾਈਨਸ ਹੈਗਾ ਬਈ। ਹਾਂ, ਇੱਕ ਹੋਰ ਕਮੈਂਟ ਆਇਆ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦੀ ਜਿਹੜੀ ਪੂਰੀ ਲਿਸਟ ਹੈਗੀ ਹੈ ਉਹ ਮੈਂ ਕੀ ਕਰਦਾ ਹੈ ਕਿ ਉੱਥੇ ਅਪਲੋਡ ਕਰ ਦੂੰਗਾ ਬਈ, ਆਪਣੇ ਨੋਟਸ ਦੇ ਅੰਦਰ ਵੀ ਮੈਂ ਤੁਹਾਨੂੰ ਉਪਲਬਧ ਕਰਵਾ ਦੂੰਗਾ। ਔਰ ਉਸ ਤੋਂ ਬਾਅਦ ਆਪਾਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹੈ ਜਿਹੜਾ ਨੋਟਸ ਦੇ ਅੰਦਰ ਅਲੱਗ ਤੋਂ ਇੱਕ ਬਣਾ ਕੇ 2 ਪੇਜਾਂ ਦਾ ਉਹਦੇ ਉੱਤੇ ਅਪਲੋਡ ਕਰ ਦੂੰਗਾ ਵੀ ਕਿਹੜੇ ਨੂੰ ਕਿਹੜਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਤੇ ਤੁਸੀਂ ਕੀ ਕਹਿੰਦੇ ਆ ਕਿ ਉੱਥੋਂ ਵੇਖ ਲਿਓ। ਤੇ ਉਹ ਸਾਰੇ ਕੀ ਕਹਿੰਦੇ, ਸਾਰੇ ਦੇ ਸਾਰੇ ਜਿਹੜੇ ਹੈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜਿਹੜੀਆਂ ਕਿਤਾਬਾਂ ਨੇ
वो आप याद कर लेनी है भाई। वो मैं पा दूंगा। सिवरपाल कौर जी भारतीय साहित्य अकादमी पुरस्कार वाला जी थोड़ी समस्या है वो हल हो जाएगी, वो सारे के सारे मैं पा दांगा। ऑथेंटिक होगी वो बिल्कुल, और भारतीय साहित्य अकादमी जी हैगी है उनकी साइट के उत्तों अपलोड करके पावांगा, उस विच कोई किंतु परंतु नहीं होगी किसी भी सन की। हाँ कुलवीर कौर जी, सिविल लाइंज है या लाइंज? सिविल लाइंज है जी, सिविल लाइन। सिविल लाइन होंगी है ना अपने गंगानगर भी सिविल लाइन हैगी है, उसी सिविल लाइन की इन्हें गल की हैगी है। हाँ जी ओके SMS कर दो, फिर आप जिंदा जो डाउट क्लीयर होता गया ओके SMS कर दो, फिर आप गाह नूं तुरीए। हुण अगे है जो एक होर हेलन, एक लड़की की सच्ची कहानी है जिहड़ी पश्चिमी समाज दी समस्यावां की पेशकारी की है। इस एक होर हेलन, ठीक है। हुण की है देखो आपां नूं हुण इत्थे समझण दा यही फायदा हो गया कि एक होर हेलन, हेलन जिहड़ा है शब्द जिहड़ा हेलन है भावें सलमान खान की वो मां है कद गल है, परंतु फिर भी तुसीं वेख्या होवेगा वो अंग्रेजां वाली लुक च आया करदी सीगी गाणियां दे विच आया कभी। हेलन जिहड़ा है शब्द ही अंग्रेजां वाला है। एक होर हेलन की आपां अगर गल करिए, हेलन अंग्रेजां वाला शब्द है, तो इस तरह आपां नूं पता लग गया भाई इत्थे पश्चिमी सभ्याचार की गल होगी इसके अंदर, पश्चिमी सभ्याचार की गल होगी। इत्थे एक लड़की की सच्ची कहानी है, पश्चिमी समाज दी समस्यावां। एक होर हेलन भाई, हेलन एक होर हेलन जिहड़ी पश्चिमी समाज की समस्यावां ने उस दे उत्ते गल। पश्चिमी समाज की समस्यावां की गल है, एक होर हेलन के उत्ते करी है जिंदे विच एक कुड़ी की कहानी है। हुण उस तो बाद गल करिए आपां अगले नावल की पाली। पाली दे विच की है? पाली प्यार प्रीत ते दिली वलवलियां दा प्रतीक है। पाली जिंदे विच प्यार पीड़, प्यार है तो पीड़ ही है भी, प्यार पीड़ ते दिली वलवलियां दा प्रतीक है पाली नावल। उन्हां दा दूजा नावल है इसदा, पहला है सच नूं फांसी, दूजा है पाली। तो आप पहला ध्यान रख लेना, पहला दूजा तीजा की एवें मतलब हो जाएगा कोई नहीं। और इहदे है कि अफलातूनी प्रीत फलसफा है, रोमांटिक नावल है, समकाली घटनावां का प्रत्यक्ष वर्णन है। लो जी अगला नावल पाली, ठीक है। रोमांटिक नावल आ ध्यान रखना, रोमांटिक रोमांटिक नावल है। जो रोमांटिक की गल आ गई ताकि अफलातूनी प्रीत फलसफा है भाई, अफलातूनी प्रीत फलसफा। गुरबख्श सिंह प्रीतली ने बड़ा प्रयोग किया है भाई इस प्रीत फलसफे का, वार्तककार सीगा वैसे। तो उसने पाली दे विच है ही कि प्यार का फलसफा है, प्रीत फलसफा है, अफलातूनी प्रीत फलसफा है इहदे अंदर, रोमांटिक नावल है और समकाली घटनावां की प्रत्यक्ष पेशकारी है। नानक सिंह का उत्तराधिकारी भी है भाई जसवंत सिंह कंवल। हुण उनका अगला नावल देखते हैं आप पूर्णमाशी। इस विच की किया है कि ये पंजाबी साहित्य माला का मोती कह लो, तो असल च इहदे च पंजाबी सभ्याचार की पेशकारी हुई है, पेंडू जीवन की पेशकारी करने वाला हरमन प्यारा नावलकार पूर्णमाशी। हुण पूर्णमाशी का की है? पूर्णमाशी दे विच जिहड़ी कहानी है वो दो प्रेमी होंदे आ, आपस में प्रेम करते हैं पर उन्हों का विआह नहीं हो सकता। फिर की होंदा है कि उन्हों के बच्चे होंदे है, वो की करते हैं कि अपने बच्चों का उन्हों का आपस विआह करा देंगे है और अपनी प्रीत नूं उन्हां दे विच देखते हैं। दो होंदे है प्रेमी बई, उन्हों का विआह नहीं हो सकता, अड 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 अड़ी अड अड था विआह हो गया, उन्होंने आपस विआह नहीं होया, अड अड था विआह हो गया। हुण उन्होंने की किया, वो प्रीत उदों तक वो सिरे नहीं चाड़ सके, परंतु फिर उन्होंने की किया कि उन्होंने अपने बच्चों का विआह है जो करवाता और वो जिहड़े सुपने उन्होंने देखे सी अपने बच्चों के रूप च उन्होंने सच करते। इनका जिहड़ा नायक है वो है रूप, चन्नो, जगीरा, दयाला, श्यामो, बचनो। ये इनके पूर्णमासी दे पात्र ने पई।
पंजाबी सभ्याचार की पेशकारी और कहानी है मैं दी तुहानू दसती है। अगला है रात बाकी है। रात बाकी है वो मार्क्सवादी प्रभाव वाला नावलकार है भाई, नावल है रात बाकी है भाई, रात अजे बाकी है। देखो इस तो अपन नाम तो ही पता लग जाएगा। देखो मार्क्सवादी प्रभाव वाला इन्हें जागीरदारी प्रथा के बारे गल की हो सकती है भाई, ठीक है। रात बाकी है, रात देखो चानन प्रतीक होंगे चंगी का, रात प्रतीक होंगे बुराई का। भाई हजे रात बाकी है, दिन चढ़न दो, भाई साडे भी कदे चंगे दिन आएंगे। तो ये चीज़ा है जो अगर आप इसनों इस विजन नाल देखियो, इसी विजन ते है रात बाकी है, तो रात निकल जूगी फिर चंगे सुखाला दिन आवेगा, भाई नवा दिन चढ़ेगा। तो इस दे उत्ते प्रभाव कितना हो गया मार्क्सवाद का। वैसे तो आपको कोशिश करना है जो भी किसी नावल लैने तो आप उसको समझना ही इस तरीके है, समझना ही इस तरीके है कि अपने दिमाग के अंदर जी चीज अपनी समझी हुई है उसको आप कनैक्ट कर लिया, उसको आप चंगी तरह समझ लिया, आप सीधे रटते रहते रात बाकी या मार्क्सवादी रात बाकी मार्क्स नहीं, ये एक गलत तरीका है। हुण जिवें इस तो पहला पूर्णमासी आई, पूर्णमासी की जगह वह मस्या भी रख सकता सीगा, अपने नावल का नाम मस्या भी रख सकता सी। इत्थे पूर्णमासी जिहड़ा आपां नावल कीता है उनकी जगह मस्या भी कर सकते, पर उन्हें मस्या नहीं किया, उन्हें पूर्णमासी की, क्योंकि पूर्णमासी नूं जिहड़ा चंद होंदा है वो पूरा होंदा है। हुण की होया कि उन्हां दे सपने पूरे होए सीगे, उन्हां लोकां दे सपने पूरे होए सीगे। ते ये चीज की है कि पूर्णमासी उन्हें ना तां रखिया। इस तरीके रात बाकी है, तो रात अजे बाकी है, यानी कि मार्क्सवादी प्रभाव है। एक नौजवान है वो जागीरदारी प्रथा नाल है जो अंदोलन करता है, उन्होंने खिलाफ खड़ा होता है। भाई इस तरीके की कहानी है रात बाकी के अंदर। हुण अगे गल करिए, अगला नावल है लहू दी लो। लहू दी लो है जिहड़ा, देखो लहू की गल आ गई, दोबारा लहू की गल आ गई, ये गल्लां आ गई, तो मतलब हुण भैया कोई खून खराबे वाली गल है। और खून खराबा पंजाब दे अंदर जिहड़ा 70वां दहाका सीगा उस विच 1984 के नेड़े तेड़े इत्थे पंजाब समस्या जिहड़ी है, पंजाब संताप है, लोगों ने बड़ा भोगिया। 70वें दे विच पंजाब देश ते कौम दे हालात की पेशकारी की है। इसके अंदर लहू दी लो, बड़ा लहू विहा लोगों का पई, उसकी गल उन्हें लहू दी लो दे अंदर की है। पंजाब देश के कौम की हालतों की पेशकारी की है और भारत च उस दौरान इनू किसी ने नहीं छापिया, बैन सीगा भाई लहू दे लो, क्योंकि इन्हें जिहड़ा खून डुलिया पंजाबी नौजवानों का उनके बारे काफ़ी कुछ लिखिया, जिस कारण सरकार ने इसनू बैन करता पई लहू दी लो नू। फिर यह जिहड़ा नावल सी सिंगापुर तो छपिया सीगा, सिंगापुर तो छपिया सी और बाद की कहते हैं कि जो सब कुछ शांत हो गया उस तो बाद फिर इत्थे आया सी सिंगापुर तो छप के लहू दी लो। नक्सलबाड़ी लहर तो संबंधित है भाई, नक्सलबाड़ी देखो शब्द अपन समझणगे, पंजाब के अंदर जिहड़ी लहर सीगी वो किसी नक्सलबाड़ी लहर सी, नक्सलाइड की समस्या सी पंजाब के अंदर पहला सीगी भी, ते उस तो बाद जिहड़ा अपना पूर्वोत्तर क्षेत्र है उनके अंदर भी आ समस्या हैगी है। ये अलग अलग मुद्दा होंदा है। कुछ नस्ल के लोग होंदे ने जो अपने हकों लई लड़ते हैं और घट गिणती होने के कारण उन्होंने सुनाई है वो नहीं होंदी, उसनूं लैके मुद्दा रहिंदा है पई, तो वो लगातार जो दुख संताप झेलते हैं उस दे बारे लैके है। वो कोई एज ए उग्रवादी कह लो, तुसी आतंकवादी टाइप के लोग नहीं होंगे, उन्होंने अपना एक एजेंडा होता है, परंतु सरकारां जिहड़ियां होंदियां है उन्होंने आतंकवादी रूप च दर्शाउंदियां। जिवें भगत सिंह सीगा जिहड़ा अंग्रेज़ां दे टाइम अतवादी सीगा, परंतु बाद जो देश आज़ाद होया तो वो देश भगत बन गया। वो एक वखरा मसला है। पर इस नावल की जिहड़ी गल सी नक्सलबाड़ी लहर तो संबंधित है लहू दी लो। हुण अगला देखो, अगला जिहड़ा नावल है तोसाली दी हंसो, बहुत ही प्यारा नावल है तोसाली दी हंसो।
ਜਦੋਂ ਆਪਾਂ ਕਿਸੇ ਵੀ ਨਾਵਲਕਾਰ ਦੇ ਸਾਰੇ ਨਾਵਲ ਆਪਾਂ ਵੇਖ ਲੈਂਦੇ ਆ ਤਾਂ ਆਪਾਂ ਨੂੰ ਇੱਕ ਚਿੱਤਰ ਜਿਹਾ ਬਣ ਜਾਂਦਾ, ਇੱਕ ਫਰੇਮ ਜਿਹਾ ਬਣ ਜਾਂਦਾ। ਇਹ ਨਾਵਲਕਾਰ ਇਸ ਟਾਈਪ ਦਾ ਹੈ, ਇਸ ਨੇ ਇਸ ਮੁੱਦੇ ਉੱਤੇ ਵੱਧ ਨਾਵਲ ਲਿਖੇ ਹੈ ਔਰ ਇਹ ਇਸ ਧਾਰਾ ਦਾ ਨਾਵਲਕਾਰ ਬਣਦਾ ਹੈ। ਹੁਣ ਤੋਸਾਲੀ ਦੀ ਹੰਸੋ, ਜਸਵੰਤ ਸਿੰਘ ਕੰਵਲ ਕੀ ਸੀਗਾ ਕਿ ਤੋਸਾਲੀ ਘੁੰਮਣ ਗਿਆ। ਤੋਸਾਲੀ ਭੁਵਨੇਸ਼ਵਰ ਉੜੀਸਾ ਦੇ ਵਿੱਚ ਉਹ ਬੁੱਧ ਮੱਠ ਤੇ ਬੈਠਿਆ, ਇੱਕ ਬਹੁਤ ਹੀ ਪੋਪੂਲਰ ਥਾਂ ਹੈ। ਜਦੋਂ ਮੈਂ ਕਹਾਣੀ ਦੱਸੂਗਾ ਤਾਂ ਤੁਹਾਨੂੰ ਯਾਦ ਆ ਜਾਏਗੀ ਭਾਈ। ਤੋਸਾਲੀ ਹੈ ਭੁਵਨੇਸ਼ਵਰ ਉੜੀਸਾ ਦੇ ਵਿੱਚ ਘੁੰਮਦੇ ਬੋਧੀਆਂ ਦੇ ਮੱਠ ਤੇ ਗਿਆ ਔਰ ਉਸ ਮੱਠ ਤੇ ਬਹਿ ਕੇ ਉਹਨੇ ਜਿਹੜੇ ਅਸ਼ੋਕ ਨੇ ਕਤਲੇਆਮ ਕੀਤਾ ਸੀਗਾ, ਸਮਰਾਟ ਅਸ਼ੋਕ ਨੇ ਬਹੁਤ ਵੱਡਾ ਕਤਲੇਆਮ ਕੀਤਾ, ਜਿੰਦੇ ਵਿੱਚ ਜਿਹੜਾ ਸੀਗਾ ਤੋਸਾਲੀ ਥਾਂ ਸੀ ਉਹਦਾ ਨਾਮੋ ਨਿਸ਼ਾਨ ਹੀ ਮਿਟਾਤਾ ਉਹਨੇ। ਉਹ ਕਹਿੰਦਾ ਸੀ ਛੋਟੀ ਜਿਹੀ ਸਟੇਟ ਸੀ ਜਿਹਨੇ ਅਸ਼ੋਕ ਦੇ ਖਿਲਾਫ, ਛੋਟਾ ਜਿਹਾ ਬਈ ਰਾਜ ਸੀਗਾ ਜਿਹਨੇ ਅਸ਼ੋਕ ਦੇ ਖਿਲਾਫ ਸਿਰ ਚੁੱਕਿਆ, ਇਨਕਲਾਬ ਕੀਤਾ। ਪਰੰਤੂ ਜਿਹੜਾ ਸਮਰਾਟ ਅਸ਼ੋਕ ਸੀ ਉਹਨੇ ਕਿਹਾ ਮੈਂ ਇੱਕ ਵੀ ਬੰਦਾ ਹੈ ਨਾ ਇੱਥੇ ਰਹਿਣ ਨਹੀਂ ਦੇਣ ਲੱਗਿਆ ਤੁਹਾਡਾ। ਤਾਂ ਬਹੁਤ ਵੱਡਾ ਘਾਣ ਹੋਇਆ ਸੀਗਾ ਜਿਹਦੇ ਵਿੱਚ ਤੋਸਾਲੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ ਭਾਈ। ਉੱਥੇ ਬੈਠ ਕੇ ਜਸਵੰਤ ਸਿੰਘ ਕੰਵਲ ਉੱਥੇ ਜਾਂਦਾ ਹੈ ਔਰ ਦੇਖਦਾ ਹੈ ਕਿ ਇੱਕ ਬਹੁਤ ਵੱਡਾ ਰਾਜਾ ਸਮਰਾਟ ਅਸ਼ੋਕ ਤੋਸਾਲੀ ਦੇ ਛੋਟਾ ਜਿਹਾ ਰਾਜ ਜਿਹਨੇ ਆਪਣੇ ਹੱਕਾਂ ਲਈ ਇਨਕਲਾਬ ਕੀਤਾ ਔਰ ਇੱਕ ਵੱਡੇ ਰਾਜੇ ਨੇ ਉਹਨਾਂ ਦੀ ਬਹੁਤ ਵੱਡੀ ਦੁਰਗਤੀ ਕੀਤੀ, ਸਾਰਿਆਂ ਨੂੰ ਹੀ ਮਾਰਤਾ। ਫਿਰ ਉਸ ਨੂੰ ਇਹ ਪੰਜਾਬ ਸੰਦਰਭ ਦੇ ਅੰਦਰ ਦੇਖਦਾ ਹੈ, ਨਕਸਲਵਾਦੀ ਲਹਿਰ ਦੇ ਸੰਦਰਭ 'ਚ ਦੇਖਦਾ ਹੈ, ਪੰਜਾਬ ਦੇ ਸੰਦਰਭ 'ਚ ਦੇਖਦਾ ਹੈ। ਉਹ ਸੋਚਦਾ ਹੈ ਉੱਥੇ ਬਹਿ ਕੇ ਕਿ ਆਹ ਗੱਲ ਬਿਲਕੁਲ ਸਹੀ ਹੈ। ਘੱਟ ਗਿਣਤੀ ਵਾਲੇ ਲੋਕਾਂ ਨੂੰ ਉਦੋਂ ਵੀ ਮਾਰ ਪੈਂਦੀ ਸੀ ਤੇ ਘੱਟ ਗਿਣਤੀ ਵਾਲੇ ਲੋਕਾਂ ਨੂੰ ਅੱਜ ਵੀ ਮਾਰ ਪੈ ਰਹੀ ਹੈ, ਹੁਣ ਵੀ ਮਾਰ ਪੈ ਰਹੀ ਹੈ। ਉਹ ਉਸ ਪੂਰੇ ਘਟਨਾਕ੍ਰਮ ਨੂੰ ਜਿਹੜਾ ਪੰਜਾਬ ਦੇ ਅੰਦਰ ਹੁਣ ਦਾ ਘਟਨਾਕ੍ਰਮ ਹੈ ਉਸ ਦੇ ਉੱਤੇ ਟਿਕਾਉਂਦਾ ਹੈ ਔਰ ਦੇਖਦਾ ਹੈ, ਸੋਚਦਾ ਹੈ ਕਿ ਘੱਟ ਗਿਣਤੀ ਵਾਲੇ ਸਦਾ ਹੀ ਕੁੱਟ ਖਾਂਦੇ ਨੇ। ਪੰਜਾਬ ਦਾ ਸੰਤਾਪ ਉਸਦੇ ਚਿਹਰੇ ਦੇ ਅੱਗੇ ਆ ਜਾਂਦਾ ਹੈ। ਭਾਰਤ ਆਜ਼ਾਦ ਹੋਣ ਤੋਂ ਬਾਅਦ ਵੀ ਘੱਟ ਗਿਣਤੀ ਵਾਲੇ ਆਜ਼ਾਦ ਨਹੀਂ। ਇਹ ਜਿਹੜਾ ਨਾਵਲ ਹੈ ਤੋਸਾਲੀ ਦੀ ਹੰਸੋ, ਬਾ ਕਮਾਲ ਨਾਵਲ ਹੈ ਬਈ ਤੋਸਾਲੀ ਦੀ ਹੰਸੋ, ਤੁਸੀਂ ਪੜੋ ਤਾਂ। ਔਰ ਇਹ ਜਸਵੰਤ ਸਿੰਘ ਕੰਵਲ ਦਾ ਪਸੰਦੀਦਾ ਨਾਵਲ ਹੈਗਾ। ਸਭ ਤੋਂ ਵੱਧ ਉਹਨੂੰ ਤੋਂ ਪੁੱਛਿਆ ਸੀ ਬਈ ਤੈਨੂੰ ਕਿਹੜਾ ਨਾਵਲ ਹੈ, ਤਾਂ ਉਹ ਕਹਿੰਦਾ ਸੀ ਮੈਨੂੰ ਤੋਸਾਲੀ ਦੀ ਹੰਸੋ ਨਾਵਲ ਹੈ ਨਾ, ਮੈਨੂੰ ਐਵੇਂ ਲੱਗਦਾ ਹੈ ਕਿ ਮੈਂ ਆਪਣਾ ਬਿਹਤਰੀਨ ਨਾਵਲ ਲਿਖਿਆ ਹੈ। ਉਹ ਉਸਦਾ ਪਸੰਦੀਦਾ ਨਾਵਲ ਸੀਗਾ। ਇਸ ਨੇ ਕਈ ਅਨੁਵਾਦ ਵੀ ਕੀਤੇ ਆ ਬਈ। ਇੱਕ ਦੇਵਦਾਸ ਦਾ ਅਨੁਵਾਦ ਕੀਤਾ ਹੈ ਬਈ। ਅਨੁਵਾਦ ਦੀ ਅਗਰ ਗੱਲ ਕਰੀਏ ਦੇਵਦਾਸ ਦਾ ਅਨੁਵਾਦ ਕੀਤਾ ਹੈ। ਉਸ ਤੋਂ ਬਾਅਦ ਅਨੁਵਾਦ ਕੀਤਾ ਹੈ ਮਾਰਕਸਲੀ ਲੈਨਿਨ ਪੱਖ ਤੇ ਅਮਲ ਦੀ ਮਹੱਤਤਾ। ਹੁਣ ਦੇਖੋ ਮਾਰਕਸਵਾਦੀ ਸੀਗਾ ਜਸਵੰਤ ਸਿੰਘ ਕੰਵਲ, ਮਾਰਕਸਵਾਦੀ ਸੀ ਭਾਈ, ਠੀਕ ਹੈ। ਹੁਣ ਮਾਰਕਸਵਾਦੀ ਲੇਖਕ ਸੀਗਾ ਇਹ, ਉਸ ਤੋਂ ਥੋੜਾ ਜੇ ਮਾਰਕਸਵਾਦੀ ਸ਼ਬਦ ਨਾ ਆਵੇ ਤਾਂ ਪ੍ਰਗਤੀਵਾਦੀ ਆ ਜਾਊਗਾ, ਪ੍ਰਗਤੀਵਾਦੀ ਚਲੇ ਜਾਓ। ਸ਼ਬਦਾਂ ਥੋੜਾ ਥੋੜਾ ਫਰਕ ਹੈ, ਇਹ ਅੱਗੇ ਤੋਂ ਅੱਗੇ ਸਟੈਪ ਹੈ ਜਿਹੜੇ ਮੈਂ ਕੱਲ ਸਮਝਾਤੇ ਸੀ। ਮਾਰਕਸਵਾਦੀ तो एक ही है कि मार्क्सवादी सीगा तेने मार्क्सवाद जरूर पढ़िया होगा, क्योंकि कोई बंदा अगर मार्क्सवाद दे राह ते चलता है, प्रगतिवाद दे राह ते अगर चलता है वो या मार्क्सवाद दे राह ते जो चलता है ना, तो जरूर उन्हें मार्क्सवाद पढ़िया होता है। तो हुण जो मार्क्सवादी की गल आ गई तो इत्थे उसका अनुवाद तो करूगा ही। फिर मार्क्सरी लैनिन पक्ष, लैनिन पक्ष भाई, लैनिन पक्ष ते अमल की महत्ता। अमल की महत्ता है इस दे विच। माओ से तुंग बारे भी ये जिहड़ा अनुवाद उन्हें किया सी रणधीर सिंह नाल मिल के किया सी भाई। रणधीर सिंह नाल मिल के इन्हें अनुवाद किया सी मार्क्सी लैनिन पक्ष ते अमल की महत्ता। ये दो इनके अनुवाद है, देवदास ते मार्क्सी लैनिन पक्ष ते अमल की महत्ता इस ते। हुण इस तो बाद अगर आप गल करिए जसवंत कंवल है जिहड़ा सिद्धांत का सीधा प्रचार करता है भाई, सिद्धांत का सीधा प्रचार करता है। मार्क्सवादी सिद्धांत जुड़िया हुआ सी और अपने मार्क्सवादी सिद्धांत का सीधा प्रचार सी।
और तुसी देखते हो अन्या चो उठो सूरमो, हुण तुसी अन्याय कितनी देर तक चलोगे, इस चो उठ जाओ, खून दे सोइले गाओ। मतलब उन्हें सीधा ही प्रचार हो गया मार्क्सवाद का, एक ही है मार्क्सवाद का सीधा ही प्रचार है। ते जसवंत कमल सी जेड़ा वो मार्क्सवाद का सीधा प्रचार करता सी पई। उनके नावलों में भी वेख्या जा सकता है, कई तो अप्रत्यक्ष रूप तो प्रचार करते रहते, परंतु इस बंदे ने सीधा प्रचार किया है। उन्होंने नावलों के नाम तो नहीं पता लगता है, भाई सीधा प्रचार हो रहा है, कोई लुक छुप नहीं, किसी प्रकार की कोई लुक छुप नहीं की। हुण अगों आपां गल करिए अन्या चो उठो सूरमो। सूरमो अन्या चो उठ जाओ, कितनी देर तक अन्याय चलोगे भाई, इस तो उठ जाओ। सिख विचारधारा तो प्रभावित नावल है। इस धार्मिक चिंतन नूं इंकलाब ते समाजवाद के सिद्धांत के रूप में पेश किया है। गल ही देखो, इंकलाब की तो गल ही होगी ना, जो भी कोई इंकलाब करता, जिंदाबाद करता तो चंगा लंबा चौड़ा भाषण देंदा और कहता हो कितनी देर तक ये तुसी जुल्म सहंदे रहोगे, हुण तो इस तो उठ जाओ। फिर वो नारा मार दिया इंकलाब जिंदाबाद, लोगों च एक जागृति जी पैदा होती है। परंतु इहदे विच की है, सिख विचारधारा तो प्रभावित है, परंतु इहदे विच इंकलाब की गल की है, समाजवाद की गल की है। सिख विचारधारा इहदे विच इन्नियां चीज़ां है भाई, सिख विचारधारा, समाजवाद ते इंकलाब, ये जिहड़ियां चीज़ां ने इस दे अंदर हैगियां ने। पंजाब संताप वो अपने नावल च मनुखता राही अहिंसावाद का प्रचार करता है। प्रचार जो इन्हें किया है अहिंसावाद का प्रचार इसने किया है, क्योंकि फिर घट गिनती है जो हिंसक हो जाएंगे तो उन्होंने कान है वो वध होगा भाई। हुण उस तो बाद आप गल करिए कंवल की। कंवल के नावलों च मालवा खेत्र के पेंडू जीवन को आधार बनाया है भाई। उसके नावल है किसानी समाज दियां जिहड़ी वास्तविक हालात ने, स्थितियां ने, घटनावां ने, होर मलवई पात्रा राही, पात्र भी उनके मलवई है और उन्हों की बोली भी मलवई है, उस दे उत्ते आधारित ने। कंवल के नावलों च इश्क की प्रेरकता राही जीवन के उच्चे आदर्श की प्राप्ति है। थले आदर्श की प्राप्ति नहीं, भाई आप विआह करा लिया हुण जवाक जमण वाला सिस्टम चालू कर दी या कुछ ऐसा नहीं, उनके जिहड़े आदर्श है वो बड़े वड्डे आदर्श है, वो देश नाल जा जुड़ते हैं। कंवल के नावलों च इश्क की प्रेरकता राही जीवन के उच्चे आदर्शा की प्राप्ति की पेशकारी है। वो चिन्हात्मक जुगत है वो वरतदा है, जिस विच आपां देखा जाए जिवें कि पूर्णमासी है उन्हें चिन्ह वरते पूर्णमासी। उस टाइम भी मैं तुहानूं दस्सिया सी पूर्णमासी प्रतीक है, वो मस्या भी कर सकता सी पर उन्हें पूर्णमासी किया, चिन्ह बदलिया, रूप धारा, सच नूं फांसी, बई सच नूं फांसी चढ़ गई। किन्ने सोहणे चिन्ह वरते ने, सच नूं फांसी, रूप धारा, हानी, पूर्णमासी। हुण उस तो बाद गल करिए उनके अगले नावल की सिविल लाइन्स। आलो जी सिविल लाइन्स इनका अगला नावल है। शहरी मध्य श्रेणी उत्ते व्यंग है भाई, इस जी शहरी मध्य श्रेणी है उस उत्ते व्यंग है, जिस उसने मध्य श्रेणी के खोखलेपन की बोधिया कीमतों विशेष करके उसकी बाजारी कला चंगी तरह नंगिया किया है भाई। इसने कवि ते कलाकार भी शामिल है, कवि भी है ना जो भी बिक चुके हैं, बाजारी बन चुके हैं, कवि ते कलाकार सब बाजारी बन गया, बाजार जो बिकता है वो ही बेचते हैं। और इसका सब तो वड्डा मैं उदाहरण अगर तुहानूं देवां तो यह होगा भाई, तीन तीन हीरो मिल के विमल पान गुटका नहीं बेच पा रहे। शाहरुख खान नूं वेख्या होगा, अजय देवगन नूं वेख्या होगा, हुण अक्षय कुमार भी आ गया पतंदर, जिहड़ा पहला बोलता सी मैं गुटके की ऐड नहीं करांगा। तीन तीन हीरो मिल के गुटका नहीं बेच रहे और गुटके कंपनी वाला जो सैलसमैन नहीं कि उनके उत्ते प्रेशर बना रहे हैं बई तुसीं साडा विमल का गुटका बेचो। वो बेचारा कह रहा भाई साहब तुहाडे तीन तीन हीरो लगे तां भी डिमांड नहीं बनी,
ਅਸੀਂ ਕੀ ਕਰੀਏ। ਤੇ ਇਹ ਮਤਲਬ ਕੀ ਹੈ ਕਿ ਇਹ ਇੱਕ ਪ੍ਰਕਾਰ ਦਾ ਵਿਅੰਗ ਹੈ। ਉਹ ਹੁਣ ਸਿਵਲ ਲਾਈਨਸ ਦੀ ਅਗਰ ਆਪਾਂ ਗੱਲ ਕਰੀਏ, ਦੇਖੋ ਸਿਵਲ ਲਾਈਨ ਇੱਕ ਚੀਜ਼ ਧਿਆਨ ਰੱਖਿਓ, ਆ ਜਿਹੜਾ ਨਾਵਲ ਹੈ ਇੱਕ ਉਹ ਨਾਵਲਾਂ ਉੱਤੇ ਐਵੇਂ ਫੋਕਸ ਕਰਦੇ ਨਾ, ਬਿਲਕੁਲ ਸ਼ਹਿਰੀ ਮੱਧ ਸ਼੍ਰੇਣੀ ਤੋਂ ਸੰਬੰਧਿਤ ਹੈ ਕਿ ਇੱਥੇ ਤੁਸੀਂ ਚੁੰਦੀ ਲੱਗ ਜੇ ਔਰ ਤੁਸੀਂ ਕੋ ਨਾਵਲ ਯਾਰ ਜਸਵੰਤ ਕੰਵਲ ਗੁਰਜੀਆਂ ਨੇ ਦੱਸਿਆ ਸੀ ਨਾਵਲ ਹੈ ਪੇਂਡੂ ਮਾਲਵੀ, ਮਾਲਵੀ ਪੇਂਡੂ ਜੀਵਨ, ਮਾਲਵੀ ਪੇਂਡੂ ਜਨਾਬ ਠੋਕੋ ਜੀ ਮਾਲਵੀ ਪੇਂਡੂ ਜੀਵਨ। ਇੱਕ ਚੀਜ਼ ਹੋਰ ਤਾਂ ਸਿਵਲ ਲਾਈਨ ਨਾ ਗੰਗਾ ਨਗਰ ਦੇ ਅੰਦਰ ਹੈ, ਇਹਦੇ ਕੋਈ 11 ਜੀ ਅੱਗੇ ਪਦਮਪੁਰ ਅੱਗੇ ਜਾਂ ਤੁਸੀਂ ਛੋਟੇ ਮੋਟੇ ਪਿੰਡਾਂ ਦੇ ਵਿੱਚ ਸਿਵਲ ਲਾਈਨ ਨਹੀਂ ਹੁੰਦੀ। ਸਿਵਲ ਲਾਈਨ ਹੁੰਦੀ ਹੈ ਸ਼ਹਿਰਾਂ ਦੇ ਅੰਦਰ, ਪਿੰਡ ਦੇ ਅੰਦਰ ਹੁੰਦੀ ਨਹੀਂ। ਪਹਿਲੀ ਗੱਲ ਇੱਕ ਤਾਂ ਇੱਥੋਂ ਹੀ ਤੁਹਾਨੂੰ ਪਤਾ ਲੱਗ ਜੂਗਾ ਸਿਵਲ ਲਾਈਨ, ਤੁਸੀਂ ਛੋਟਾ ਮੋਟਾ ਕੋਈ ਵੀ ਪਿੰਡ ਹੋਵੇ ਉੱਥੇ ਸਿਵਲ ਲਾਈਨ ਨਹੀਂ ਹੋਏਗੀ। ਸਿਵਲ ਲਾਈਨ ਹੁੰਦੀ ਹੀ ਸ਼ਹਿਰ ਦੇ ਅੰਦਰ ਹੈ। ਆਪਣੇ ਅੰਦਰ ਇੱਥੇ ਗੰਗਾ ਨਗਰ ਹੈ, ਉਹ ਪਰਲੇ ਪਾਸੇ ਸਿਵਲ ਲਾਈਨ ਬਣੀ ਦੀ ਹੈ ਜਿੱਥੇ ਪੁਲਿਸ ਵਾਲੇ ਬਹੁਤ ਜ਼ਿਆਦਾ ਰਹਿੰਦੇ ਹੈਗੇ ਆ। ਪਰੰਤੂ ਇਹ ਇੱਕ ਵੱਖਰੀ ਗੱਲ ਹੈ, ਯਾਦ ਕਰਨ ਵਾਸਤੇ ਮੈਂ ਤੁਹਾਨੂੰ ਦੱਸਿਆ। ਇਹਦੀ ਜਿਹੜੀ ਸਟੋਰੀ ਹੈ ਉਹਦੇ ਵਿੱਚ ਕੀ ਹੈ, ਸ਼ਹਿਰੀ ਮੱਧ ਸ਼੍ਰੇਣੀ ਦੇ ਉੱਤੇ ਵਿਅੰਗ ਹੈ। ਉੱਥੇ ਹਰ ਚੀਜ਼ ਕੀ ਹੈ, ਬਾਜ਼ਾਰੂ ਹੈ, ਵਿਕਦੀ ਹੈ। ਕਵੀ ਵੀ ਵਿਕੇ ਹੋਏ, ਕਲਾਕਾਰ ਵੀ ਵਿਕੇ ਹੋਏ। ਕਲਾਕਾਰਾਂ ਦਾ ਐਗਜ਼ਾਮਪਲ ਮੈਂ ਤੁਹਾਨੂੰ ਦੇਤਾ ਸੀਗਾ ਹੁਣੀ, ਵੀ ਜਿਹੜੇ ਕਲਾਕਾਰ ਵਿਕੇ ਹੋਏ ਆ ਇਹਨਾਂ ਨੂੰ ਪੈਸੇ ਮਿਲ ਜਾਣ। ਔਰ ਮੈਂ ਤਾਂ ਬੜਾ ਬੱਚਿਆਂ ਨੂੰ ਵੀ ਸਮਝਾਉਂਦਾ, ਤੁਸੀਂ ਜਦੋਂ ਵੀ ਕੋਈ ਵੀ ਤੁਸੀਂ ਦੇਖ ਲਓ ਭਈਆ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਤੁਸੀਂ ਮੋਬਾਈਲ ਖੋਲੋਗੇ ਉਵੇਂ ਵੱਡੇ ਵੱਡੇ ਬੰਦੇ, ਵਿਰਾਟ ਕੋਹਲੀ ਹੋ ਗਿਆ, ਸਚਿਨ ਤੇਂਦੁਲਕਰ ਹੋ ਗਏ, ਵੱਡੇ ਵੱਡੇ ਚਿਹਰੇ ਆਣਗੇ ਔਰ ਉਹ ਕਹਿਣਗੇ ਭਾਈ ਸਾਹਿਬ ਜੂਆ ਖੇਲੋ, ਜੂਆ ਜੂਆ ਖੇਲੋ ਜੇ ਪੈਸੇ ਕਮਾਣੇ ਆ ਤਾਂ। ਕੋਈ ਕਹੂਗਾ ਜੀ 3 ਪੱਤੀ ਖੋਲੋ, ਕੋਈ ਕਹੂਗਾ ਜੀ ਕ੍ਰਿਕਟ ਦੀ ਟੀਮ ਬਣਾਓ, ਕੋਈ ਕਹਿੰਦਾ 1 2 3 ਖੋਲੋ, ਕੋਈ ਕਹਿੰਦਾ ਕੀ ਕਰੋ, ਕੋਈ ਕੀ। ਮਤਲਬ ਉਹ ਕਹਿੰਦੇ ਆ ਕਿ ਭਾਰਤ ਦਾ ਜਿਹੜਾ ਯੂਵਾ ਹੈ ਉਹਦੇ ਕੋਲ ਜਿਹੜਾ 1.5 GB ਨੈਟ ਹੈ, ਜੇ ਉਹ ਬਚ ਗਿਆ ਤਾਂ ਉਹਨੂੰ ਜੂਏ ਵਾਲੇ ਪਾਸੇ ਲਾ ਦਈਏ ਆਪਾਂ। ਉਹ ਉਹਨਾਂ ਦੀ ਬਈ ਵੱਖਰੀ, ਉਹਨਾਂ ਨੂੰ ਪੈਸੇ ਮਿਲਦੇ ਹੈ, ਉਹ ਇੱਕ ਵੱਖਰੀ ਗੱਲ ਹੈ। ਪਰੰਤੂ ਫੋਕਸ ਉਹਨਾਂ ਨੇ ਪੈਸੇ ਵਾਸਤੇ ਕੁਝ ਵੀ ਕਰ ਸਕਦੇ ਆ, ਉਹ ਵਿਕਾਊ ਹੈ। ਜਦੋਂ ਗੱਲ ਚੱਲੀ ਤਾਂ ਆਪਾਂ ਇਹ ਚੀਜ਼ ਰੱਖਤੀ। ਉਸ ਤੋਂ ਬਾਅਦ ਗੱਲ ਕਰੀਏ ਰੂਪਧਾਰਾ। ਰੂਪਧਾਰਾ ਦੇ ਅੰਦਰ ਸਪਸ਼ਟ ਤੌਰ ਤੇ ਰਾਜਸੀ ਨਾਅਰੇਬਾਜ਼ੀ ਹੈ। ਉਹਨੇ ਆਪਣੇ ਸਿਧਾਂਤ ਦਾ ਸਿੱਧਾ ਪ੍ਰਚਾਰ ਕੀਤਾ ਹੈ। ਨਾਅਰੇਬਾਜ਼ੀ ਤੇ ਸਿਧਾਂਤਕ ਪ੍ਰਚਾਰ ਰੂਪਧਾਰਾ ਦੇ ਵਿੱਚ। ਰੂਪਧਾਰਾ, ਸਿਧਾਂਤਕ ਪ੍ਰਚਾਰ ਤੇ ਨਾਅਰੇਬਾਜ਼ੀ। ਅਗਲਾ ਹੈ ਭਵਾਨੀ। ਭਵਾਨੀ ਦਾ ਵੀ ਜਿਹੜਾ ਵਿਸ਼ਾ ਹੈਗਾ ਹੈ ਉਹ ਰਾਜਸੀ ਵਿਸ਼ਾ ਹੈ। ਸਾਮਿਆਵਾਦੀ ਲਹਿਰ ਸੀ ਜਿਹੜੀ ਉਹ ਦੁਫਾੜ ਹੋ ਗਈ। ਉਹਦੀ ਵਿਆਖਿਆ ਹੈ ਜੋ ਇਸ ਦੇ ਅੰਦਰ ਕੀਤੀ ਹੈ ਭਵਾਨੀ ਦੇ ਅੰਦਰ ਬਈ। ਸਾਮਿਆਵਾਦੀ ਬਈ ਹਿੰਦੀ ਵਿੱਚ ਅਗਰ ਮੈਂ ਬੋਲ ਦੇਵਾਂ, ਸਾਮਿਆਵਾਦੀ ਕਮਿਊਨਿਸਟ ਜਿਹੜੇ ਹੁੰਦੇ ਨੇ ਬਈ, ਉਹ ਸਾਮਿਆਵਾਦੀ ਲਹਿਰ ਦੀ ਦੋ ਫਾੜ। ਸਾਮਿਆਵਾਦੀ ਲਹਿਰ ਦੇ ਦੋ ਫਾੜ ਹੋ ਗਏ ਵੀ ਕਮਿਊਨਿਸਟ ਹੈ, ਵੰਡੇ ਗਏ, 2 ਪਾਰਟੀਆਂ ਬਣ ਗਈਆਂ। ਰਾਜਨੀਤੀ ਦਾ ਮਾਮਲਾ ਹੈ ਇਹ, ਤੁਹਾਨੂੰ ਪਤਾ ਹੀ ਹੈਗਾ, ਪਾਰਟੀਆਂ ਕਮਿਊਨਿਸਟੀਆਂ ਦੀਆਂ ਕਈਆਂ ਬਣੀਆਂ ਹੋਈਆਂ ਤੇ ਉਸਦੀ 2 ਫਾੜ ਜਿਹੜਾ ਰਾਜਸੀ ਵਿਸ਼ਾ ਹੈ ਉਸ ਨੂੰ ਇਸਨੇ ਬਣਾਇਆ ਹੈ। ਹੁਣ ਇੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਇਹ ਤਾਂ ਬੰਦਾ ਸਿੱਧਾ ਪ੍ਰਚਾਰ ਕਰ ਰਿਹਾ ਹੈ ਆਪਣੇ ਸਿਧਾਂਤਾਂ ਦਾ। ਇਹਦੇ ਨਾਵਲਾਂ ਵਿੱਚ ਵੇਖਣ ਨੂੰ ਵੀ ਮਿਲਦਾ ਹੈ। ਅਗਲਾ ਹੈ ਜੰਗਲ ਦੇ ਸ਼ੇਰ। ਜੰਗਲ ਦੇ ਸ਼ੇਰ ਇਤਿਹਾਸਿਕ ਰੋਮਾਂਸ, ਕਬੀਲਦਾਰੀ ਯੁੱਗ ਤੇ ਸਭਿਅਤਾ ਦੀ ਰੋਚਕ ਤੇ ਭਾਵਪੂਰਕ ਪੇਸ਼ਕਾਰੀ। ਇਤਿਹਾਸਿਕ ਰੋਮਾਂਸ ਹੈ, ਕਬੀਲਦਾਰੀ ਯੁੱਗ ਤੇ ਸਭਿਅਤਾ ਬਾਰੇ। ਜੰਗਲ ਦੇਖੋ, ਇੱਥੇ ਜੰਗਲ ਦੀ ਗੱਲ ਆ ਗਈ ਨਾ। ਜੰਗਲ ਚ ਪਹਿਲਾਂ ਲੋਕ ਜੰਗਲ ਚ ਰਹਿੰਦੇ ਸੀਗੇ, ਹੁਣ ਥੋੜੀ ਕੋਈ ਜੰਗਲ ਚ ਰਹਿ ਰਹੇ ਹੈ। ਪਹਿਲਾਂ ਲੋਕ ਸ਼ੁਰੂ ਜੰਗਲਾਂ ਵਿੱਚ ਰਹੇ, ਤਾਂ ਇੱਥੇ ਜਦੋਂ ਜੰਗਲਾਂ ਦੀ ਗੱਲ ਆ ਗਈ ਤਾਂ ਫਿਰ ਕਬੀਲਦਾਰੀ ਦੀ ਗੱਲ ਆਊਗੀ, ਕਬੀਲਾ ਇਲਾਕਾ ਸੀ ਜਿਹੜਾ ਉਹਨਾਂ ਦੀ ਵੀ ਗੱਲ ਆਊਗੀ। ਤਾਂ ਇੱਥੋਂ ਆਪਾਂ ਨੂੰ ਕੀ ਕਰਨਾ ਕਿ ਥੋੜਾ ਧਿਆਨ ਚ ਰੱਖਣਾ, ਜੰਗਲ ਦੇ ਸ਼ੇਰ ਉਹ ਬੰਦੇ ਕਬੀਲਦਾਰੀ ਯੁੱਗ ਤੇ ਉਹਨਾਂ ਦਾ ਜਿਹੜਾ ਸੱਭਿਆਚਾਰ ਸੀ, ਕਬੀਲਾਦਾਰੀ ਹੋ ਗਿਆ ਜਿਵੇਂ ਕਬੀਲਦਾਰੀ ਯੁੱਗ ਤੇ ਉਹਨਾਂ ਦਾ ਜਿਹੜਾ ਸੱਭਿਆਚਾਰ ਸੀ ਬਈ, ਉਹ ਉਹਦੀ ਭਾਵਪੂਰਕ ਤੇ ਰੋਚਕ ਪੇਸ਼ਕਾਰੀ ਹੈ। ਇਤਿਹਾਸਕ ਰੋਮਾਂਸ ਵੀ ਹੈ, ਇਤਿਹਾਸਕ ਦੱਸਿਆ ਬਈ, ਇਤਿਹਾਸਕ ਰੋਮਾਂਸ ਹੁੰਦਾ ਉਹਦੇ ਬਾਰੇ ਮੈਂ ਤੁਹਾਨੂੰ ਜਦੋਂ ਰੋਮਾਂਸਵਾਦੀ ਦੱਸਿਆ ਸੀ ਕਵੀ, ਉਦੋਂ ਕਰਵਾਇਆ ਹੋਇਆ ਸੀ ਬਈ। ਰੋਮਾਂਸ ਵਿੱਚ ਇਕੱਲਾ ਪਿਆਰ ਹੀ ਨਹੀਂ ਹੁੰਦਾ, ਪਿਆਰ ਵੀ ਹੁੰਦਾ ਹੈ, ਵੀਰਤਾ ਵੀ ਹੁੰਦੀ ਹੈ, ਉਸ ਦੇ ਅੰਦਰ ਲੜਾਈ ਝਗੜੇ ਵੀ ਹੁੰਦੇ ਹੈ, ਬਹੁਤ ਕੁਝ ਉਹਦੇ ਅੰਦਰ ਸ਼ਾਮਲ ਹੁੰਦਾ ਹੈ ਰੋਮਾਂਸ ਦੇ ਅੰਦਰ। ਇਤਿਹਾਸਿਕ ਰੋਮਾਂਸ ਹੈ, ਕਬੀਲਦਾਰੀ ਯੁੱਗ ਤੇ ਸਭਿਅਤਾ ਦੀ ਰੋਚਕ ਪੇਸ਼ਕਾਰੀ ਹੈ। ਇਹ ਹੋ ਗਿਆ। ਉਹਨੇ ਕੀ ਕੀਤਾ ਹੈ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੀਆਂ ਪ੍ਰੇਮ ਕਹਾਣੀਆਂ ਹੈਗੀਆਂ,
देखो शहर की प्रेम कहानी किस सिविल लाइन चगी है, और पिंडा ते शहर की अगर गल कर लीए प्रेम कहानियां सिविल लाइन, रूपधारा, हाणी, भवानी, इन्होंने प्रेम कहानी भी हैगी है भाई। उसने नानक सिंह की परंपरा को अपनी कलात्मक योग्यता अनुसार विस्तार किया और नानक सिंह का उत्तराधिकारी सीगा। संत सिंह सेखों इनके बारे की कहता है, संत सिंह सेखों इनके बारे कहता है कि पुराने किरसानी रोमांसवाद न जिसका सुभाव रूपवादी साहसकारी सी वो छड़ नहीं सकता। संत सिंह सेखों कह रहे हैं, संत सिंह सेखों ने कहता पुराना किरसानी रोमांसवाद ना ये नहीं भुल सकिया भाई, ये रोमांसवाद नाल भी जुड़िया रहा। ये संत सिंह सेखों के विचार ने, क्योंकि इनके जेडे नावल से उन्होंने अंदर जो मार्क्सवाद मिलता किसी एक धारा नाल जुड़िया नहीं रहा, पर एक धारा सी उनके उत्ते खास प्रभाव सी, इनके उत्ते असर सी जेड़ा मार्क्सवादी का काफी सीगा, परंतु किसी एक धारा नाल जुड़िया नहीं रहा। उन्हें मार्क्सवादी भी लिखे, प्रगतिवादी भी लिखे, यथार्थवादी भी लिखे, रोमांसवादी किरसानी रोमांसवादी तो संबंधित नावल भी लिखे ने। ते वध तो वध इनका प्रभाव जिहड़ा रहा है ज्यादा वो मार्क्सवाद का रहा है। उस तो बाद अगर गल करिए रोमांटिक आदर्शवादी नावल इनके किहड़े है, रोमांटिक आदर्शवादी नावल रोमांटिक आदर्शवादी नावल, रोमांटिक आदर्शवादी नावल केड़ा है? पूर्णमासी, पाली पूर्णमासी, सच नूं फांसी। लो जी लिखते पाली पूर्णमासी मासी भाई, पाली फिर पूर्णमासी आ गया, मासी आ गया तो फांसी आ गया भाई। सच नूं फांसी ये आ गए रोमांटिक आदर्शवादी नावल आ गए भाई, पाली पूर्णमासी सच नूं फांसी। पाली ते जेड़ा पाली सी, पाली नावल दे उत्ते वेदांत ते खलील जिब्राल, खलील जिब्राल बहुत बड़ा राइटर होया भाई, तुसीं सुनिया होवेगा उनका नाम खलील जिब्राल दा। पाली दे उत्ते जेड़ा पाली सीगा, पाली नावल दे उत्ते खलील जिब्राल दा प्रभाव सी। ते सच नूं फांसी ते प्रीतलड़ी दा, गुरबख्श सिंह प्रीतलड़ी दे प्रीत फलसफे तो प्रभावित है सच नूं फांसी, और पाली खलील जिब्राल तो और वेदांत तो, और सच नूं फांसी प्रीत लड़ी दे प्रीत फलसफे तो प्रभावित है। देखो नानक सिंह और जसवंत सिंह कंवल दे अगर आप तुलनात्मक अध्ययन करिए, देखो दोनों ही नावलकार है, वो उनका उत्तराधिकारी भी फर्क है। मुख्य फर्क की है? मुख्य फर्क आ है, मुख्य जे फर्क की आप गल करिए, मैन फर्क यह है कि जेड़ा नानक सिंह सी व्यक्तिवादी आदर्शवादी नावलकार सी नानक सिंह, और नानक सिंह व्यक्तिवादी आदर्शवादी नावलकार है, और उन्हें की किया है कि हिरदा परिवर्तन करके, हिरदे च कायाकल्प करके वो अपने नावलों सिरे चढ़ाता है। परंतु जेड़ा कंवल है, जसवंत सिंह कंवल है, उसके नायक ने जेड़े उनके पात्र के दृढ़ इरादे ते शक्तिशाली रूप सिरजना राही करता है, उन्होंने इरादे दृढ़ है, वो इंकलाब करते है, संघर्ष करते हैं उनके पात्र। परंतु नानक सिंह के जेड़े पात्र है नावलों के, वो पात्र इन्नी सेवा करते हैं कि वो हिरदा परिवर्तन कर देंगे है, हिरदा परिवर्तन की जुगत अपनाता है, परंतु यह बंदा हिरदा परिवर्तन की जुगत नहीं अपनाता। हुण उस तो बात गल करिए तवारीख वेखदी है, जिहड़ा तवारीख वेखदी है यह की है? तवारीख वेखदी दे विच की है? राजसी विसा है ते तत्काली सामवादी लहर की जिहड़ी दुफेड़ होया एक होर नावल सी इस तो संबंधित, यह दूजा नावल है भाई तवारीख वेखदी दे विच राजसी विसा है, और तत्काली लहर, तत्काली जिहड़ी साम्यवादी लहर सी उनके दुफेड़ होने की सिद्धांतकारी व्याख्या की है। हुण निश्चित प्रतिमानक पात्र संकल्प जिहड़ा है जसवंत सिंह कंवल की जिहड़ी खासियत रही है वो ये रही है कि निश्चित प्रतिमानक पात्र संकल्प है, उनका पात्र है जिहड़े वो निश्चित प्रतिमानां दे उत्ते चलते हैं भाई। संबोधनी ते भाषणी शैली है, भाषणी शैली है क्योंकि भाषणी शैली तो आप ही होगी, आप ही इवें होगी कि उन्हें अपने नावलों के अंदर इंकलाब का, मार्क्सवाद का जो सिद्धांत से उनका सीधा प्रचार किया है। भाषणी शैली भी संबोधन, अन्या चो उठो सूरमो संबोधन है, एवं बहुत बार संबोधन किया है, सिद्धांत के प्रसंग बाहरी चर्चा भी छेड़ लेंदा है वो,
ਇਹ ਇਹਦੇ ਨਾਵਲਾਂ ਦਾ ਔਗੁਣ ਸੀਗਾ। परंतु जो इन्हें इस प्रकार के नावल लिखे, इंकलाब छड़िया, मार्क्सवादी लहर वाल के इसी कारण के नावल विके भी सी, इसी कारण चल भी रहा सीगा। परंतु फिर भी ये कहना कोई दिक्कत नहीं, औगुण है अपने चलन दो। नावल की कहते हैं कि बहुत ज्यादा चल रहे हैं, बहुत ज्यादा हिट हो रहे हैं। केवल लंबे समय तक प्रचलित लहर जी प्रचलित लहर सी, प्रगतिवादी लहर सी, मार्क्सवादी लहर सी, लोग इस तरह जुड़े सी, नक्सलवादी लहर सी इस तो संबंधित इन्हें आम लोगों के दृष्टिकोण के अनुसार पॉपुलर मुहावरे का प्रयोग किया और नावल छापदा रहा और लोगों की वो पीड़ सी उहदे विच सी, लोगों ने वो पढ़िया, उन्होंने लग्या तो साडी ही कहानी है और नावल हिट ते हिट नावल दिंदा गया। और इसी कारण एक ये भी सी, इसी कारण की कहते तो सिद्धांतों का प्रचार करने लगे, नावल की जी कहानी और रुक जी जाती है। परंतु फिर भी ये भैया कहते नावल है जेडे वो हिट रहे ने, मकबूल होया है ये नावलकारी के खेत्र च। वो किसी एक जीवन फलसफे नाल नहीं वजिया, परंतु फिर भी अगर गल करिए सब तो वध उहदे उत्ते प्रभाव जे पिया है तो मार्क्सवाद का है। वो मार्क्सवादी जुझारवादी जी प्रवृत्ति है वो हावी है उसके उत्ते, क्योंकि नक्सलवाड़ी लहर तो संबंधित भी उसने काफ़ी नावल लिखे। तो नक्सलवाड़ी गल आ गई तो उत्थे आपां धारा की गल करांगे तो उत्थे नक्सलवाड़ी जगह अपने पंजाबी के अंदर है जी जुझारवादी है, जुझारवाद है, वो वध शब्द वरत्या जाता है। शब्दों की हेराफेरी हो जाए कोई दिक्कत नहीं, हर शब्द का आपां नूं अर्थ पता होना चाहिए है और उस अर्थ नूं, उसकी अर्थ और उसकी अर्थ की वैल्यू नूं समझते हुए आपां ढुकवां उत्तर देना है। जीवन कणिया का जो पब्लिक पबलिशर सीगा, जीवन कणिया का पबलिशर सी, वो उसके नावल तो बड़ा प्रभाव, उसके लिखण शैली तो बड़ा प्रभावित होने। उन्हें कवल नूं कहा कवल तू नावल लिख, तो नावल लिख देख तू किन्ना चलदा। उसने नावल लिखे ठा ठा चल गया भाई। मलवई उपभाषा की वध वरतों उन्हें की है, मलवई उपभाषा की वध वरतों। मालवे की खिते तो संबंध सी भाई, मलवई उपभाषा की वध वरतों उसने की है। पंजाब सरकार के भाषा विभाग ने लहू दी लो नावल के लिए उसनों पुरस्कार ऐलानिया सीगा। लहू दी लो लिए उन्होंने क्या तेन पुरस्कार दे देने हैं, उस बंदे ने पुरस्कार ठुकराता, कहता नहीं मैं उस सरकार तो पुरस्कार नहीं ले सकता जिन्हें लहू दी लो दे पात्रां दी हत्या की है। क्योंकि सरकार किते ना किते अपना दाग छपाने लई उन्होंने सम्मानित करना चाहती सी, परंतु वो कहता नहीं, सन्मान का वो भुखा नहीं सीगा। उन्हें कहा नहीं मैनू सन्मान चाहिए ही नहीं है, तो उसने उस सन्मान तो ना कर दी और उन्हें क्या लहू दी लो दा नायक दे कतल करने वालियां तो मैं इनाम नहीं ले सकता भाई। और पंजाबी साहित्य शिरोमणि पुरस्कार भी उन्होंने मिलिया है भाई। हाँ भाई कुछ